बादल सरकार ने जानबूझ के खाते नहीं खुलवाया, फिर पैसे कितने गए? कंपनी हजम कर गई। किन्ना का? मैंने लगता 150 करोड़ है। 10 लाख ਨੂੰ 10 ਲੱਖ ਨਾਲ ਮਲਟੀਪਲਾਈ ਕਰ ਦੋ, 1 ਲੱਖ ਕਰੋੜ ਦਾ ਸਕੈਮ ਹੈ ਇਹ। ਮੈਂ ਬਹੁਤ ਮਿਹਨਤ ਕਰਕੇ RTI ਰਾਹੀਂ ਰਿਕਾਰਡ ਇਕੱਠਾ ਕੀਤਾ। ਰਿਕਾਰਡ ਇਕੱਠਾ ਕਰਨਾ ਉਹਦਾ ਬਿਲਡਰਾਂ ਖਿਲਾਫ ਜਿਹੜਾ ਸਮਾਜ ਦਾ ਸਭ ਤੋਂ ਧਨਾੜ ਵਰਗ ਹੈਗਾ, ਸਭ ਤੋਂ ਗੁੰਡਿਆਂ ਦਾ ਇੱਕ ਗਰੁੱਪ ਹੈਗਾ, ਸਰਕਾਰੀ ਅਫਸਰਾਂ ਨੂੰ ਜਿਹੜਾ ਰਿਸ਼ਵਤਾਂ ਦੇ ਰਿਹਾ, ਨਗਰ ਕੌਂਸਲ ਦਾ ਉਹ ਜਿਹਦੇ ਸਮੇਂ ਦੀ ਮੈਂ ਗੱਲ ਕਰਦਾ 150 ਕਰੋੜ ਦਾ ਮਾਲਕ ਹੈ। ਉਹ ਮੇਰੇ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਨਿਕਲਿਆ ਜਦੋਂ ਮੈਂ ਕੰਪਲੇਂਟ ਕੀਤੀ। ਮੇਰੀ ਬਰਬਾਦੀ ਦੇ ਦਿਨ ਉੱਥੇ ਸ਼ੁਰੂ ਹੋਏ, ਕਿਉਂਕਿ ਪਰਚਾ ਦਰਜ ਕਰਨਾ ਇੱਕ ਧਨਾੜ ਬਿਲਡਰ ਤੇ, ਜੇ ਇੱਕ ਬਿਲਡਰ ਤੇ ਪਰਚਾ ਦਰਜ ਹੋਗਾ, ਕੱਲ੍ਹ ਨੂੰ ਦੂਜੇ ਤੇ ਹੋਏਗਾ, ਫਿਰ ਤੀਜੇ ਤੇ ਹੋਏਗਾ, ਫਿਰ ਚੌਥੇ ਤੇ ਹੋਏਗਾ, ਫਿਰ ਪੰਜਵੇਂ ਤੇ ਹੋਏਗਾ। ਹਜ਼ਾਰਾਂ ਬਿਲਡਰਾਂ ਦੇ ਪਰਚੇ ਦਰਜ ਕਰਨੇ ਪੈਣੇ। 1 ਲੱਖ ਕਰੋੜ ਦਾ ਸਕੈਮ ਹੈ, ਇਸ ਕਰਕੇ ਪਰਚਾ ਕਿਹਨੇ ਦਰਜ ਕਰਨਾ ਸੀ? ਤੇ ਮੈਨੂੰ ਥ੍ਰੈਟ ਕੀਤਾ ਗਿਆ, ਬਿਲਡਰਾਂ ਵੱਲੋਂ ਧਮਕੀ ਦਿੱਤੀਆਂ ਗਈਆਂ। ਇੱਕ SP ਪੰਜਾਬ ਪੁਲਿਸ ਦਾ, ਉਹਨੇ ਮੇਰੇ ਪਿੱਛੇ ਗੁੰਡੇ ਛੁਡਵਾ ਕੇ ਬਿਲਡਰ ਨਾਲ ਮਿਲ ਕੇ ਮੈਨੂੰ ਘੇਰ ਕੇ ਕੁੱਟਿਆ ਗਿਆ, ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਮੇਰਾ ਬੇਟਾ ਜਿਹੜੇ ਸਕੂਲ 'ਚ ਪੜ੍ਹਦਾ ਸੀ ਉਹਦੇ ਪਿੱਛਾ ਕੀਤਾ ਗਿਆ, ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਮੈਨੂੰ ਝੂਠੇ ਕੇਸਾਂ ਫਸਾਇਆ ਗਿਆ। ਉੱਪਰੋਂ ਦਬਾਅ ਹੋਣਾ, ਪੋਲੀਟੀਕਲ ਦਬਾਅ ਹੋਣਾ, ਜਿਹਦੀ ਵਜ੍ਹਾ ਕਰਕੇ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੀ, ਸੁਖਬੀਰ ਸਿੰਘ ਬਾਦਲ ਦਾ ਸੀ, ਕਿਉਂਕਿ ਚਲਾ ਤਾਂ ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਨੂੰ ਬਿਲਡਰ ਸੀਗੇ, ਉਹਨਾਂ ਦੇ MLA, ਉਹਨਾਂ ਦੇ ਮੰਤਰੀ ਦਾ ਆਪ ਖੁਦ ਬਿਲਡਰ ਸੀਗੇ। ਇਸ ਕਰਕੇ SSP ਦਾ ਵਿਚਾਰਾ ਇੱਕ ਕਠਪੁਤਲੀ ਬਣ ਕੇ ਰਹਿ ਜਾਂਦਾ ਪੋਲੀਟੀਕਲ ਲੋਕਾਂ ਦੀ। ਵੱਡੇ ਦੋਸ਼ ਲਾ ਰਹੇ, ਤੁਹਾਡੇ ਕੋਲ ਕੋਈ ਪ੍ਰੂਫ ਹੈ, ਸਬੂਤ ਹੈ ਤੁਹਾਡੇ ਕੋਲ ਇਹਨਾਂ ਗੱਲਾਂ ਦਾ? ਜੇ ਮੈਂ ਸਬੂਤਾਂ ਤੋਂ ਬਿਨਾਂ ਗੱਲ ਕਰਾਂ, ਹੁਣ ਤੱਕ ਮੈਂ ਜੇਲ੍ਹਾਂ 'ਚ ਨਾ ਬੈਠਾ 25 ਦੀ ਕੇਸਾਂ ਨਾਲ, ਜਾਂ ਮੈਨੂੰ ਮਾਰਨਾ ਦਿੰਦੇ ਹੋ ਤੁਸੀਂ। ਮੇਰੇ ਕੋਲ ਕਿਉਂ ਆਉਂਦੇ ਸਬੂਤ ਨਾ ਹੁੰਦੇ? ਮੈਂ ਅੱਗੇ ਸਬੂਤਾਂ ਦੀ ਵੀ ਗੱਲ ਕਰਾਂਗਾ। ਜਿਸ ਤਰ੍ਹਾਂ ਅਸੀਂ ਅਕਸਰ ਅਲੱਗ-ਅਲੱਗ ਮਸਲੇ ਤੁਹਾਡੇ ਸਾਹਮਣੇ ਲਿਆਉਂਦੇ ਰਹਿੰਦੇ ਹਾਂ, ਅੱਜ ਅਸੀਂ ਜਿਹੜਾ ਮਸਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਉਹਦੀ ਸ਼ੁਰੂਆਤ ਹੁੰਦੀ ਆ 2009 ਤੋਂ। 2009 ਤੋਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਘਰ ਬਣਾ ਕੇ ਦੇਣ ਦੀ ਸਰਕਾਰ ਦੀ ਪਾਲਿਸੀ ਸੀ, ਕਿਉਂਕਿ ਇੰਡੀਆ ਇੱਕ ਵੈਲਫੇਅਰ ਸਟੇਟ ਆ, ਔਰ ਜਿਹੜੇ ਇਕਨੋਮਿਕਲੀ ਵੀਕਰ ਲੋਕ ਨੇ ਜਾਂ ਬਿਲੋ ਪਾਵਰਟੀ ਲਾਈਨ ਲੋਕ ਨੇ, ਉਹਨਾਂ ਲਈ ਰੋਟੀ ਕੱਪੜਾ ਮਕਾਨ ਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਹੁੰਦੀ ਹੈ। ਔਰ ਇਸੇ ਧਾਰਨਾ ਨੂੰ ਲਾਗੂ ਕਰਨ ਦੇ ਲਈ 2009 ਦੇ ਵਿੱਚ ਅਕਾਲੀ ਗਵਰਨਮੈਂਟ ਨੇ ਇੱਕ ਪਾਲਿਸੀ ਲੈ ਕੇ ਆਂਦੀ। ਔਰ ਜਿੱਦਾਂ ਅਕਸਰ ਹੁੰਦਾ ਕਿ ਜਿਹੜੀਆਂ ਵੀ ਪਾਲਿਸੀਆਂ ਹੁੰਦੀਆਂ ਨੇ, ਜਿਹੜੀਆਂ ਗਰੀਬਾਂ ਨੂੰ ਸਹੂਲਤ ਦੇਣ ਲਈ ਹੁੰਦੀਆਂ ਨੇ, ਵੱਡੇ ਧਨਾੜ ਵੱਡੇ ਬਿਲਡਰ ਉਹਨਾਂ ਦੇ ਵਿੱਚ ਘੁਸ ਕੇ ਉਹਨਾਂ ਨੂੰ ਆਪਣੇ ਹੱਕ 'ਚ ਭੁਗਤਾ ਜਾਂਦੇ ਨੇ। ਇਸੇ ਤਰੀਕੇ ਨਾਲ ਹੋਇਆ ਮੋਹਾਲੀ ਦੇ ਵਿੱਚ। ਪੰਜਾਬ ਦੇ ਵਿੱਚ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ ਮੋਹਾਲੀ ਦੇ ਵਿੱਚ ਜਿਹੜਾ 5 ਤੋਂ 7 ਲੱਖ ਦੇ ਵਿੱਚ ਘਰ ਬਣਾ ਕੇ ਦੇਣਾ ਸੀ, ਔਰ ਇੰਨਾ ਸਸਤਾ ਘਰ ਮੋਹਾਲੀ ਦੇ ਵਿੱਚ। ਔਰ ਇਹ ਬਣਾ ਕੇ ਦੇਣ ਲਈ ਜਦੋਂ ਬਿਲਡਰਾਂ ਨੂੰ ਕਿਹਾ ਗਿਆ, ਜੋ ਗਵਰਨਮੈਂਟ ਦੀ ਜ਼ਿੰਮੇਵਾਰੀ ਸੀ ਉਹ ਬਿਲਡਰਾਂ ਨੂੰ ਦੇ ਦਿੱਤੀ ਗਈ, ਬਿਲਡਰਾਂ ਨੇ ਦਬਾਅ ਪਵਾ ਕੇ ਲੈ ਲਈ, ਤਾਂ ਉਸ ਘਪਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਨੇ ਉਹ ਅਮੀਰਾਂ ਨੂੰ ਦੇ ਦਿੱਤੇ ਗਏ। ਔਰ ਇਹ ਮਸਲੇ 'ਤੇ ਲੜਨ ਵਾਲੇ ਵਿਅਕਤੀ ਜਿਹੜਾ ਲਗਾਤਾਰ ਜਿਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਆਉਂਦੀਆਂ ਰਹੀਆਂ, ਜਿਹਨੂੰ ਬੱਚਿਆਂ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਤੱਕ ਹੁੰਦੀ ਰਹੀ ਅਤੇ ਅਟੈਕ ਵੀ ਹੋਏ, ਉਹ ਵਿਅਕਤੀ ਪਰ ਅੱਜ ਵੀ ਇੰਨੇ ਸਾਲਾਂ ਤੋਂ ਅਕਾਲੀ ਗਵਰਨਮੈਂਟ ਤੋਂ ਲੈ ਕੇ ਕਾਂਗਰਸ ਦੀ ਗਵਰਨਮੈਂਟ ਵੀ ਦੇਖੀ, ਹੁਣ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆਈ ਆ, ਲੜ ਰਿਹਾ। ਸਾਡੇ ਨਾਲ ਨੇ ਸਤਨਾਮ ਸਿੰਘ ਦਾਊ। ਸਤਿ ਸ਼੍ਰੀ ਅਕਾਲ ਜੀ ਦਾਊ। ਸਤਿ ਸ਼੍ਰੀ ਅਕਾਲ ਜੀ। ਦਾਊ ਸਾਹਿਬ, ਬੜੇ ਲੰਮੇ ਸਮੇਂ ਤੋਂ 2009 ਤੋਂ ਸੰਘਰਸ਼ ਕਰ ਰਹੇ ਹੋ ਤੁਸੀਂ, ਜਿਹੜਾ ਪਲਾਟਾਂ ਦੇ ਮਾਮਲੇ ਨੂੰ, ਘਰਾਂ ਦੇ ਫਲੈਟਾਂ ਦੇ ਮਾਮਲੇ ਨੂੰ ਲੈ ਕੇ। ਕੀ ਮਸਲਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਅਸਲ 'ਚ ਮਸਲਾ ਹੈ ਕੀ ਹੈ ਡਿਟੇਲ 'ਚ? ਦੇਖੋ ਜੀ, ਮੈਂ ਕਿਉਂਕਿ ਚੰਡੀਗੜ੍ਹ ਦੇ ਨੇੜੇ ਮੋਹਾਲੀ ਸ਼ਹਿਰ 'ਚ ਰਹਿਣਾ, ਇੱਥੇ ਘਰ ਬਣਾਉਣਾ ਬੜਾ ਔਖਾ ਹੈ। ਪਰ ਜੇ ਲੋਕ ਜਾਣਨ, ਇਕੱਲਾ ਮੋਹਾਲੀ 'ਚ ਨਹੀਂ, ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਨਾ ਛੋਟੇ ਛੋਟੇ ਕੁਆਟਰ ਹੈਗੇ, ਫਲੈਟ ਹੈਗੇ ਆ, ਕਿ LIG, HIG, HM ਦੇ ਕੁਆਟਰ, HP ਦੇ ਕੁਆਟਰ, ਖਾਸ ਕਰਕੇ ਮੋਹਾਲੀ ਦੇ ਵਿੱਚ ਤਾਂ ਬਹੁਤ ਹੈ, ਚੰਡੀਗੜ੍ਹ 'ਚ ਵੀ ਹੈਗੇ ਆ, ਲੁਧਿਆਣੇ 'ਚ ਵੀ ਹੈਗੇ ਆ। ਅਤੇ ਇਹ ਫਲੈਟ ਅਤੇ ਇਹ ਘਰ ਪਹਿਲੇ ਪੰਜਾਬ ਗੌਰਮੈਂਟ ਦਾ ਅਦਾਰਾ ਪੰਜਾਬ ਅਰਬਨ ਡਿਵੈਲਪਮੈਂਟ ਐਂਡ ਜਿਹੜੀ ਪੁੱਡਾ, ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਜਿਹੜੀ ਉਹ ਦਿਆ ਕਰਦੀ ਸੀ। ਫਿਰ ਪੁੱਡਾ ਦੇ ਅੰਡਰ ਬਣ ਗਿਆ ਮੋਹਾਲੀ ਏਰੀਆ, ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ। ਲੁਧਿਆਣਾ ਏਰੀਆ ਬਣ ਗਿਆ ਲੁਧਿਆਣਾ ਡਿਵੈਲਪਮੈਂਟ ਅਥਾਰਟੀ। ਪਟਿਆਲਾ ਏਰੀਆ ਬਣ ਗਿਆ ਪਟਿਆਲਾ ਡਿਵੈਲਪਮੈਂਟ ਅਥਾਰਟੀ। ਬਠਿੰਡਾ ਏਰੀਆ ਬਣ ਗਿਆ ਬਠਿੰਡਾ ਡਿਵੈਲਪਮੈਂਟ ਅਥਾਰਟੀ। ਫਿਰ ਇਸ ਤਰ੍ਹਾਂ ਦੀ ਅਥਾਰਟੀ ਜਿਹੜੀਆਂ ਉਹ ਸਸਤੇ ਘਰ ਦਿੰਦੀਆਂ ਸੀ। ਜੇ ਆਪਾਂ ਗੱਲ ਕਰੀਏ ਸੰਨ 2007-8 ਤੋਂ ਪਹਿਲਾਂ ਕਿਸੇ ਨੂੰ 30,000 ਦਾ, ਕਿਸੇ ਨੂੰ 40,000 ਦਾ, ਕਿਸੇ ਨੂੰ 50,000 ਦਾ ਘਰ ਮਿਲਿਆ। ਕਿਹੜੇ ਲੋਕਾਂ ਨੂੰ ਮਿਲਦਾ ਸੀ? 2-3 ਵਰਗ ਹੈ ਸਮਾਜ 'ਚ ਫਾਈਨੈਂਸ਼ਲੀ। ਇੱਕ ਹੈਗੇ ਬਿਲੋ ਪਾਵਰਟੀ ਲਾਈਨ, ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਪੰਜਾਬੀ ਹੈਗੇ। ਆਪਾਂ ਨੂੰ ਲੱਗਦਾ ਪੰਜਾਬ ਦਾ ਬਹੁਤ ਰੱਜਿਆ ਪੁੱਜਿਆ, ਨਹੀਂ। ਇੱਕ ਹੈਗੇ ਬਿਲੋ ਪਾਵਰਟੀ ਲਾਈਨ, ਜਿਹਦੇ ਘਰ ਰੋਟੀ ਵੀ ਨਹੀਂ ਪੱਕਦੀ, ਦਿਹਾੜੀਦਾਰ ਵੀ ਹੈ, ਉਹਦੇ ਘਰ ਛੱਤ ਵੀ ਵਧੀਆ ਹੈ ਨਹੀਂ, ਅਤੇ ਬਾਲੇ ਪਏ ਹਾਲੇ ਵੀ, ਕੱਚੇ ਮਕਾਨ ਅੱਜ ਵੀ ਹੈਗੇ ਆ, ਅਤੇ ਕੋਈ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ। ਉਹਨੂੰ ਕਹਿੰਦੇ ਬਿਲੋ ਪਾਵਰਟੀ ਲਾਈਨ ਦੇ ਪੀਲੇ ਕਾਰਡ ਬਣਦੇ ਆ। ਉਹ ਅਲੱਗ ਫੈਮਲੀਜ਼ ਆ। ਇੱਕ ਉਹ ਲੋਕ ਆ ਜਿਹੜੇ ਸਰਕਾਰੀ ਨੌਕਰੀ ਨਹੀਂ ਕਰਦੇ, ਜਿਹੜੇ ਵੱਡਾ ਇਨਕਮ ਟੈਕਸ ਨਹੀਂ ਭਰਦੇ।
ਉਹ ਛੋਟੇ-ਮੋਟੇ ਕੰਮ ਧੰਦੇ ਸਾਡੇ ਸਮਾਜ 'ਚ ਕਰਦੇ, ਕੋਈ ਫੈਕਟਰੀ 'ਚ ਵਰਕਰ ਹੈ, ਕੋਈ ਕਲਰਕ ਲੱਗਿਆ ਕਿਧਰੇ ਪ੍ਰਾਈਵੇਟ ਤੌਰ ਤੇ, ਕੋਈ ਸਿਕਿਉਰਿਟੀ ਗਾਰਡ ਲੱਗਿਆ, ਕੋਈ ਟੈਕਸੀ ਚਲਾਉਂਦਾ, ਕੋਈ ਦੁਕਾਨ ਚਲਾਉਂਦਾ, ਕੋਈ ਰੇਹੜੀ ਮਾਰਕੀਟ 'ਚ ਹੈ, ਕੋਈ ਸ਼ੋਰੂਮ ਦੇ ਵਿੱਚ ਵਰਕਰ ਹੈਗਾ। ਇਸ ਤਰ੍ਹਾਂ ਦੇ ਪਰਿਵਾਰ ਪੰਜਾਬ 'ਚ ਕਿੰਨੇ ਕੁ ਹੋ ਸਕਦੇ ਆ? ਬਾਦਲ ਗਵਰਨਮੈਂਟ ਨੇ ਸਰਵੇ ਕੀਤਾ, ਸਰਵੇ ਕਰਕੇ ਲੱਭਿਆ ਕਿ ਪੰਜਾਬ 'ਚ 12 ਲੱਖ ਪਰਿਵਾਰ ਅਜਿਹੇ ਹੈ, ਪਰਿਵਾਰ ਬੰਦੇ ਨਹੀਂ, ਇੱਕ ਪਰਿਵਾਰ ਦੇ ਜੇ 5 ਮੈਂਬਰ ਹੈ, ਹੁਣ 12 5 60 ਲੱਖ ਬੰਦੇ, 60 ਲੱਖ ਲੋਕ ਅਜਿਹੇ ਆ ਜਿਨ੍ਹਾਂ ਕੋਲ ਆਪਣਾ ਘਰ ਹੈ ਨਹੀਂ। ਇਹ ਬਾਦਲ ਸਰਕਾਰ ਨੇ ਸਰਵੇ ਕੀਤਾ, ਉਹ ਸੱਚਾ ਸਰਵੇ ਹੈ। ਉਹਦੇ ਵਿੱਚ 2 ਲੱਖ ਪਿੰਡਾਂ 'ਚ ਹੈ, ਕਿਉਂਕਿ ਪਿੰਡਾਂ ਦਾ ਬੰਦਾ ਕੋਈ ਦੇਹਵਾਦੀ ਹੁੰਦੀ, ਉੱਥੇ ਕੋਈ ਨਾ ਕੋਈ ਘਰ ਬਣਾ ਲੈਂਦਾ, ਕਿਸੇ ਦੇ ਘਰ ਇੱਕ ਖਾਣ 2 ਖਾਣ ਲੈ ਲੈਂਦਾ ਜਾਂ ਇੱਕ ਅੱਧਾ ਮਰਲਾ ਲੈ ਲੈਂਦਾ, ਉਹ ਅਲੱਗ ਫੈਮਿਲੀ 'ਚ ਹੈ। ਤੇ 10 ਲੱਖ ਪਰਿਵਾਰ ਪੰਜਾਬ ਦੇ ਸ਼ਹਿਰਾਂ 'ਚ ਉਹ ਹੈ ਜਿਹੜੇ 30 40 ਸਾਲ ਪਹਿਲਾਂ ਪਿੰਡਾਂ 'ਚ ਉੱਠ ਕੇ ਸ਼ਹਿਰਾਂ 'ਚ ਆਏ। ਉਹਨਾਂ ਦੇ ਬਾਪੂ ਨੇ ਜਾਂ ਦਾਦੇ ਨੇ 2 ਕਮਰੇ ਦਾ HL ਦਾ ਕੁਆਟਰ, HIA ਦਾ ਕੁਆਟਰ, HB ਦਾ ਕੁਆਟਰ ਲੈ ਲਿਆ, ਜਿੱਦਾਂ ਪੰਜਾਬ ਯੂਨੀਵਰਸਿਟੀ 'ਚ ਹੈਗੇ ਆ ਜਾਂ ਪੁਲਿਸ ਦੇ ਕੁਆਟਰ ਹੈਗੇ ਆ, ਸਰਕਾਰੀ ਨੌਕਰੀ 'ਚ ਨਾਲ ਮਿਲ ਜਾਂਦਾ ਨੌਕਰੀ ਕਰਨ ਵਾਲੇ, ਇਸ ਤਰ੍ਹਾਂ ਦੇ ਘਰ ਬਣੇ ਹੋਏ ਆ ਪ੍ਰਾਈਵੇਟ ਲੋਕਾਂ ਲਈ। ਉਹ ਮੇਰੇ ਯਾਦ ਹੈ ਗਮਾਡਾ, ਪੁੱਡਾ, ਮੋਹਾਲੀ 'ਚ 25 30 ਹਜ਼ਾਰ ਦੇ ਘਰ ਦਿੰਦਾ ਸੀ। ਜੋ ਰੇਟ ਵੱਧਦੇ ਰਹੇ ਟਾਈਮ ਟੂ ਟਾਈਮ, ਜਦੋਂ ਲਾਸਟ ਜਿਹੜੇ ਸਰਕਾਰ ਦਿੰਦੀ ਸੀ, ਲਾਸਟ ਮੈਂ 6 7 8 ਦੀ ਗੱਲ ਕਰਾਂ, ਉਹ ਸਾਰੇ 2 3 ਲੱਖ ਰੁਪਏ ਤੋਂ ਨੀਚੇ ਹੈਗੇ। ਉਹ ਘਰ ਉਹਨਾਂ ਲੋਕਾਂ ਨੂੰ ਮਿਲਦਾ ਸੀ ਜਿਹੜੇ ਇਕਨੋਮਿਕਲੀ ਵੀਕਰ ਹੈ। ਇਕਨੋਮਿਕਲੀ ਵੀਕਰ ਕਿਸ ਬੰਦੇ ਨੂੰ ਮੰਨਿਆ ਗਿਆ? 2008 'ਚ ਮੰਨਿਆ ਗਿਆ, ਜਦੋਂ ਪਾਲਿਸੀ ਬਣੀ ਸਰਕਾਰ ਦੀ, ਉਹ ਮੰਨਿਆ ਗਿਆ ਜਿਸ ਪਰਿਵਾਰ ਦੀ ਇਨਕਮ 10,000 ਘੱਟੋ ਘੱਟ ਹੈ, 10 ਤੋਂ ਘੱਟ ਵਾਲਾ ਬਿਲੋ ਪਾਵਰਟੀ ਲਾਈਨ, ਉਹਦੇ ਲਈ ਨਹੀਂ, 10,000 ਤੋਂ ਵੱਧ ਤੋਂ ਵੱਧ 15,000 ਰੁਪਇਆ, ਜਿਹੜਾ ਇਨਕਮ ਟੈਕਸ ਨਹੀਂ ਭਰਦਾ, ਗਵਰਨਮੈਂਟ ਜੌਬ ਨਹੀਂ ਕਰਦਾ, ਉਹ 10 ਲੱਖ ਪਰਿਵਾਰ ਹੈ ਪੰਜਾਬ ਦੇ ਵਿੱਚ। ਉਹਨਾਂ ਨੂੰ ਗਮਾਡਾ ਤੇ ਪੁੱਡਾ ਤੇ ਗਲਾਡਾ ਡਿਵੈਲਪਮੈਂਟ ਅਥਾਰਟੀ ਜਾਂ ਬਠਿੰਡਾ ਡਿਵੈਲਪਮੈਂਟ ਅਥਾਰਟੀ ਨੇ ਘਰ ਦੇਣੇ ਸੀ। ਨਗਰ ਕੌਂਸਲ ਖਰੜ ਨੇ, ਨਗਰ ਕੌਂਸਲ ਜੀਰਕਪੁਰ ਨੇ, ਨਗਰ ਕੌਂਸਲ ਬਨੂੜ ਨੇ, ਨਗਰ ਕੌਂਸਲ ਰੋਪੜ ਨੇ, ਇੱਦਾਂ ਦੇ ਪੂਰੀ ਨਗਰ ਕੌਂਸਲ ਨੇ ਘਰ ਦੇਣੇ ਸੀ। ਪਰ ਇਹ ਬਾਦਲ ਸਰਕਾਰ ਨੇ ਸਰਵੇ ਕੀਤਾ। ਹੋਇਆ ਕਿ ਇਹ ਸਰਵੇ ਇਸ ਲਈ ਕੀਤਾ ਕਿਉਂਕਿ 2006 ਤੋਂ ਬਾਅਦ ਜਾਂ 7 8 ਦੇ ਵਿੱਚ ਪ੍ਰਾਈਵੇਟ ਬਿਲਡਰ ਮਾਰਕੀਟ 'ਚ ਆ ਗਏ। ਜਿਹੜਾ ਕੰਮ ਸਰਕਾਰ ਕਰਦੀ ਸੀ ਲੋਕਾਂ ਨੂੰ ਘਰ ਬਣਾਉਣ ਦਾ, ਸ਼ਹਿਰਾਂ ਦੀ ਡਿਵੈਲਪਮੈਂਟ ਦਾ, ਉਹ ਪ੍ਰਾਈਵੇਟ ਬਿਲਡਰ ਕਰਨ ਲੱਗ ਪਏ। ਤਾਂ ਕਿਉਂਕਿ ਕਾਨੂੰਨੀ ਅੜਚਨ ਸੀਗੀ, ਬਾਦਲ ਸਰਕਾਰ ਨੇ ਸਰਵੇ ਕੀਤਾ, ਪਾਲਿਸੀ ਬਣਾਈ 7 ਨਵੰਬਰ 2008 ਨੂੰ। ਉਸ ਪਾਲਿਸੀ ਦੇ ਵਿੱਚ ਰੱਖਿਆ ਗਿਆ ਕਿ ਜਿਹੜੇ ਪੰਜਾਬ ਦੇ ਅਜਿਹੇ ਬੇਘਰੇ ਲੋਕ ਹੈ, ਉਹਨਾਂ ਲੋਕਾਂ ਨੂੰ ਘਰ ਦੇਣਾ ਕੰਪਲਸਰੀ ਹੈ। ਹਰੇਕ ਬਿਲਡਰ ਦਾ ਨਕਸ਼ਾ ਤਾਂ ਹੀ ਪਾਸ ਹੁੰਦਾ ਜੇ ਉਹਦੇ ਵਿੱਚ ਮੈਗਾ ਪ੍ਰੋਜੈਕਟ ਜਿਹੜੇ ਹੁੰਦੇ ਆ ਤੇ ਸੁਪਰ ਮੈਗਾ ਪ੍ਰੋਜੈਕਟ 25 ਏਕੜ ਜਾਂ ਉਸ ਤੋਂ ਵੱਧ, 40 ਏਕੜ ਜਾਂ ਉਸ ਤੋਂ ਵੱਧ, ਉਹਨੂੰ ਮੈਗਾ ਪ੍ਰੋਜੈਕਟ, ਸੁਪਰ ਮੈਗਾ ਪ੍ਰੋਜੈਕਟ ਕਹਿ ਦਿੰਦੇ। ਉਹਦੇ ਵਿੱਚ ਮਿਨੀਮਮ 5% ਹਿੱਸਾ ਗਰੀਬਾਂ ਲਈ ਰਿਜ਼ਰਵ ਰੱਖਿਆ ਜਾਏਗਾ। ਪਹਿਲੀ ਗੱਲ, ਜਿਹੜੇ ਉਸ ਤੋਂ ਛੋਟੇ ਬਿਲਡਰ ਹੈਗੇ ਆ, ਕੋਈ ਨਗਰ ਕੌਂਸਲ ਖਰੜ 'ਚ ਹੈ, ਨਗਰ ਕੌਂਸਲ ਜੀਰਕਪੁਰ 'ਚ ਹੈ, ਨਗਰ ਕੌਂਸਲ ਬਨੂੜ 'ਚ ਹੈ ਜਾਂ ਡੇਰਾਬੱਸੀ 'ਚ ਹੈ ਜਾਂ ਕਿਤੇ ਹੋਰ 'ਚ ਹੈ ਪੰਜਾਬ ਦੇ 'ਚ, ਜਿਹੜੇ ਛੋਟੇ ਪ੍ਰੋਜੈਕਟ ਆ ਉਹਨਾਂ ਲਈ ਘੱਟੋ ਘੱਟ 10%, ਭਾਵੇਂ ਉਹਨੇ 100 ਘਰ ਬਣਾਇਆ, ਭਾਵੇਂ ਉਹਨੇ 200 ਘਰ ਬਣਾਇਆ, 10% ਇਕਨੋਮਿਕਲੀ ਵੀਕਰ ਸੈਕਸ਼ਨ ਦਾ ਹੋਣਾ ਚਾਹੀਦਾ। ਕਿੰਨੀ ਕੀਮਤ ਹੋ ਸਕਦੀ ਹੈ? ਉਹਦੀ ਕੀਮਤ ਲਾਗਤ ਰੇਟ ਹੋ ਸਕਦੀ ਹੈ। ਲਾਗਤ ਰੇਟ ਕਿਵੇਂ ਪਤਾ ਲੱਗੇਗਾ? ਅੱਜ ਦੀ ਰੇਟ 6 7 ਲੱਖ ਰੁਪਏ ਦਾ, ਮੈਂ 2016 ਦੀ ਵੀ ਗੱਲ ਕਰਾਂਗਾ, 2009 ਦੀ ਗੱਲ ਕਰਾਂਗਾ। ਤਾਂ ਫਿਰ ਇਹ ਸਕੀਮ ਬਣ ਗਈ, ਲਾਇਸੈਂਸ ਮਿਲ ਗਿਆ ਬਿਲਡਰਾਂ ਨੂੰ, ਉਹਦੇ ਨਕਸ਼ੇ 'ਚ ਗਰੀਬਾਂ ਲਈ ਰਿਜ਼ਰਵ ਹੈ ਤੇ ਉਹ ਡਰਾ ਕੱਢ ਕੇ ਬਿਲਡਰ ਨੇ ਵੇਚਣੇ ਆ ਮਕਾਨ। ਪੰਜਾਬ ਦੀ ਪਹਿਲੀ ਕੰਪਨੀ ਹੈ, ਮੇਰਾ ਪਿੰਡ ਦਾਊਂ ਹੈ ਮੋਹਾਲੀ 'ਚ, ਦਾਊਂ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਸ਼ਾਪਿੰਗ ਮਾਲ ਹੈ, ਉੱਥੇ ਇੱਕ TDI ਨਾਮ ਦੀ ਕੰਪਨੀ ਹੈ। TDI ਕੰਪਨੀ ਨੇ ਪਹਿਲੀ ਵਾਰੀ ਪੰਜਾਬ ਦੇ ਵਿੱਚ ਇਸ ਪਾਲਿਸੀ ਅਧੀਨ ਇਸ਼ਤਿਹਾਰ ਦਿੱਤੇ ਅਖਬਾਰਾਂ 'ਚ, ਇਸ਼ਤਿਹਾਰ ਦੇ ਕੇ ਅਰਜ਼ੀਆਂ ਮੰਗੀਆਂ ਕਿ ਜਿਹੜੇ ਪੰਜਾਬ ਦੇ ਡੋਮਿਸਾਈਲ ਹੈ, ਜਿਨ੍ਹਾਂ ਕੋਲ ਆਪਣਾ ਘਰ ਹੈ ਨਹੀਂ ਕਿਧਰੇ ਵੀ ਇਸ ਧਰਤੀ 'ਤੇ, ਉਹ ਐਪਲੀਕੇਸ਼ਨ ਦੇਣ। ਅਸੀਂ ਉਹਨਾਂ ਨੂੰ 4,62,000 ਰੁਪਏ ਦਾ, ਹੁਣ ਕੀਮਤ ਕਿੰਨੀ ਹੈ? 4,62,000 ਰੁਪਏ ਦਾ 1 BHK, ਇੱਕ ਬੈਡਰੂਮ, ਕਿਚਨ, ਰਸੋਈ, ਬਾਥਰੂਮ ਜੋ ਹੁੰਦਾ, 2 BHK 2 ਕਮਰੇ ਦੇ ਬਾਕੀ ਸਾਰਾ ਕੁਝ, ਉਹਦੀ ਕੀਮਤ ਕਿੰਨੀ ਹੈ? 4,62,000 ਰੁਪਏ 1 BHK, 6,92,000 ਰੁਪਏ 2 BHK। ਇਹ ਸਕੀਮ 'ਚ ਸਾਡੇ ਪਰਿਵਾਰ ਦੇ ਕਈ ਮੈਂਬਰਾਂ ਨੇ, ਜਾਂ ਮੈਂ ਵੀ ਭਰਤਾ ਸੀ, ਹਾਲਾਂਕਿ ਮੇਰੀ ਇਨਕਮ ਟੈਕਸ ਦੀ ਰਿਟਰਨ ਵੱਧ ਸੀ, ਪਰ ਭਰ ਦਿੱਤਾ ਸੀ ਮੈਂ ਬਾਈ ਚਾਂਸ। ਇਹਦਾ ਮਤਲਬ 4 ਤੋਂ 7 ਲੱਖ ਰੁਪਏ ਦੇ ਘਰ ਹੈਗੇ ਆ। ਉਦੋਂ ਹੈਰਾਨੀ ਮੇਰੀ ਰਹੀ ਕਿਉਂਕਿ ਪ੍ਰਾਈਵੇਟ ਕੰਪਨੀਆਂ ਵਧੀਆ ਘਰ ਬਣਾਉਣੀਆਂ ਦੇਖਣ ਨੂੰ ਸਰਕਾਰ ਤੋਂ, ਤੇ 5-5 ਕਿਲੋਮੀਟਰ ਲੰਬੀਆਂ ਲਾਈਨਾਂ ਮੇਰੇ ਪਿੰਡ TDI ਦੇ ਆਫਿਸ ਲਾ ਕੇ ਲੋਕਾਂ ਨੇ ਐਪਲੀਕੇਸ਼ਨਾਂ ਦਿੱਤੀਆਂ। ਸਿਰਫ ਐਪਲੀਕੇਸ਼ਨਾਂ ਨਹੀਂ ਦਿੱਤੀਆਂ, ਨਾਲ ਐਪਲੀਕੇਸ਼ਨ ਦੇ ਨਾਲ 10,000 ਰੁਪਈਆ ਅਰਜੀ ਦੀ ਫੀਸ 1 BHK ਦੀ, 2 BHK ਦੀ 15,000 ਰੁਪਏ ਅਰਜੀ ਦੀ ਫੀਸ ਲਈ ਗਈ। ਪੂਰੇ ਨਾਰਥ ਇੰਡੀਆ 'ਚ ਮੈਂ 22 ਸੈਕਟਰ ਚੰਡੀਗੜ੍ਹ ਦੇ ਕੰਪਨੀ ਦੇ ਦਫ਼ਤਰ ਦੇਖਿਆ, 2-2 ਕਿਲੋਮੀਟਰ ਲੰਬੀਆਂ ਲਾਈਨਾਂ, ਮੇਰੇ ਪਿੰਡ 5-5 ਕਿਲੋਮੀਟਰ ਲੰਬੀਆਂ ਲਾਈਨਾਂ, ਇੱਦਾਂ ਦੀ ਸੈਂਕੜੇ ਥਾਂ ਉਹਨਾਂ ਨੇ ਆਫਿਸ ਬਣਾਏ ਜਿੱਥੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ। ਮੇਰਾ ਅੰਦਾਜ਼ਾ ਹੈ, ਝੂਠ ਹੋ ਸਕਦਾ, ਗਲਤ ਹੋਵੇ, ਮੇਰਾ ਅੰਦਾਜ਼ਾ ਹੈ ਕਿ 1 ਲੱਖ ਬੰਦਿਆਂ ਨੇ ਅਰਜ਼ੀਆਂ ਦਿੱਤੀਆਂ। 1 ਲੱਖ ਬੰਦਿਆਂ ਨੇ 10,000 ਤੋਂ 15,000 ਰੁਪਏ TDI ਕੰਪਨੀ ਨੇ ਦਿੱਤਾ। ਬਾਦਲ ਸਰਕਾਰ ਦੀ ਨਲਾਇਕੀ, ਬਾਦਲ ਸਰਕਾਰ ਦਾ ਭ੍ਰਿਸ਼ਟਾਚਾਰ ਕੀ ਰਿਹਾ ਇਹਦੇ ਵਿੱਚ? ਭ੍ਰਿਸ਼ਟਾਚਾਰ ਇਹ ਰਿਹਾ ਕਿ ਪਾਲਿਸੀ ਦੇ ਮੁਤਾਬਕ, ਸਰਕਾਰੀ ਪਾਲਿਸੀ ਦੇ ਮੁਤਾਬਕ, ਜਦੋਂ ਬਿਲਡਰ ਗਰੀਬਾਂ ਨੂੰ ਘਰ ਦੇਣ ਵਾਸਤੇ ਅਜਿਹੇ ਕੋਈ ਫੰਡ ਇਕੱਠੇ ਕਰਦਾ ਤਾਂ ਸਰਕਾਰ ਨੇ ਤੇ ਬਿਲਡਰ ਨੇ ਐਸਕਰੋ ਨਾਮ ਦਾ ਸਾਂਝਾ ਖਾਤਾ ਖੋਲ੍ਹਣਾ।
ਉਹ ਐਸਕਰੋ ਅਕਾਊਂਟ ਜਿਹੜਾ ਗਮਾਡਾ ਦਾ ਚੇਅਰਮੈਨ ਪ੍ਰਕਾਸ਼ ਸਿੰਘ ਬਾਦਲ ਸੀ, ਗਮਾਡਾ ਦਾ ਉਪ ਚੇਅਰਮੈਨ ਸੁਖਵੀਰ ਸਿੰਘ ਬਾਦਲ ਸੀ। ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜੀ TDI ਕੰਪਨੀ ਨੇ ਲੱਖ ਬੰਦਿਆਂ ਕੋਲੋਂ 15-15000 ਰੁਪਏ ਇਕੱਠਾ ਕੀਤਾ, ਉਹ ਐਸਕਰੋ ਅਕਾਊਂਟ 'ਚ ਖੁੱਲਾ ਪਿਆ ਹੋਵੇ, ਉਹ ਪੈਸਾ ਗਰੀਬਾਂ ਨੂੰ ਘਰ ਬਣਾਉਣ ਲਈ ਵਰਤਿਆ ਜਾਵੇ। ਪਰ ਬਾਦਲ ਸਰਕਾਰ ਨੇ ਜਾਣਬੁੱਝ ਕੇ ਖਾਤੇ ਨਹੀਂ ਖੁਲਵਾਇਆ। ਫਿਰ ਪੈਸੇ ਕਿੱਥੇ ਗਏ? ਕੰਪਨੀ ਹਜਮ ਕਰ ਗਈ। ਕਿੰਨਾ ਕੁ? ਮੈਨੂੰ ਲੱਗਦਾ 150 ਕਰੋੜ ਹੈ। ਮੈਂ ਤੁੱਕਾ ਮਾਰਦਾ, ਮੈਂ ਕਿਹੜੇ ਗਿਣਤੀ ਕਰਦਾ, ਸਰਕਾਰ ਦਾ 150 ਕਰੋੜ ਦਾ ਘਪਲਾ ਪੂਰਾ ਵੱਡਾ ਜਿਹੜਾ ਤੁਸੀਂ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, 2009 ਤੋਂ ਤਕਰੀਬਨ ਕੋਸ਼ਿਸ਼ ਕਰ ਰਹੇ ਹੋ। 150 ਕਰੋੜ ਦਾ ਬੜਾ ਮਾਮੂਲੀ ਜੀ ਗੱਲ ਹੈ। ਹੁਣ ਦੂਜੀ ਗੱਲ ਕਰੀਏ, ਇਹਦੇ ਇੱਕ ਕੰਪਨੀ ਦੀ ਗੱਲ ਹੈ। ਜੇ 10 ਲੱਖ ਪਰਿਵਾਰ ਪੰਜਾਬ 'ਚ ਬੇਘਰੇ ਹੈ, 10 ਲੱਖ ਪਰਿਵਾਰਾਂ ਲਈ ਹਰੇਕ ਬਿਲਡਰ ਦੇ ਨਕਸ਼ੇ ਦੇ ਵਿੱਚ ਰਿਜ਼ਰਵ ਫਲੈਟ ਹੈ। ਇੱਕ ਘਰ ਦੀ ਜੇ ਮਾਰਕੀਟ ਕੀਮਤ ਰੱਖਦੀ ਹੈ, ਡਿਸਕਾਊਂਟਰ ਛੱਡਦੀ ਹੈ, ਵਿੱਚ ਜ਼ਮੀਨ ਦਾ ਇਹ ਪਾ ਲਈਏ, ਇੱਕ ਘਰ ਦੀ ਕੀਮਤ 10 ਲੱਖ ਹੋਵੇ, 10 ਲੱਖ ਨੂੰ 10 ਲੱਖ ਨਾਲ ਮਲਟੀਪਲਾਈ ਕਰ ਦਿਓ, 1 ਲੱਖ ਕਰੋੜ ਦਾ ਸਕੈਮ ਹੈ ਇਹ। 1 ਲੱਖ ਕਰੋੜ ਦਾ ਸਕੈਮ? 1 ਲੱਖ ਕਰੋੜ ਦਾ ਸਕੈਮ ਹੈ। ਔਰ ਮੈਂ 2010-11-12 ਤੋਂ ਕਹਿ ਰਿਹਾ ਕਿ 50,000 ਕਰੋੜ ਦਾ ਸਕੈਮ ਤਾਂ ਹੋਏ ਗਿਆ। ਉਹ ਅੱਗੇ ਦੱਸਦਾ ਕਿਵੇਂ ਹੋ ਗਿਆ, ਕਿਉਂਕਿ ਫਿਰ ਕੀ ਹੋਇਆ, TDI ਦੀ ਗੱਲ ਖਤਮ ਹੋ ਗਈ। ਮੈਂ ਆਪ ਬੇਘਰ ਹੈਗਾ, ਪਰ ਮੈਂ ਆਪਣੇ ਆਪ ਨੂੰ ਗਰੀਬ ਨਹੀਂ ਕਦੇ ਵੀ ਕਹਿੰਦਾ। ਮੈਂ ਇੱਕ ਘਰ ਲਿਆ SBP ਹੋਮ ਖਰੜ ਤੋਂ, ਉਹ ਨਗਰ ਕੌਂਸਲ ਖਰੜ 'ਚ ਪੈਂਦਾ, ਤੇ ਮੈਂ ਬੈਂਕ 'ਚ ਵੀ ਕਦੇ ਨੌਕਰੀ ਕਰਦਾ ਰਿਹਾ, ਇਸ ਕਰਕੇ ਮੈਨੂੰ ਬੈਂਕਿੰਗ ਦਾ ਚੰਗੀ ਤਰ੍ਹਾਂ ਪਤਾ ਸੀ। ਮੈਨੂੰ ਇੱਕ ਬੈਂਕ ਨੇ, ਐਕਸਿਸ ਬੈਂਕ ਹੈ ਚੰਡੀਗੜ੍ਹ ਸੈਕਟਰ 35 ਤੇ, ਮੇਰਾ ਬੈਂਕ ਲੋਨ, ਹੋਮ ਲੋਨ ਪਾਸ ਕਰਕੇ ਮੈਨੂੰ ਕੁਝ ਮਹੀਨੇ ਦੇ, ਡੇਢ ਕੁ ਮਹੀਨੇ ਦੇ ਪ੍ਰੋਸੈਸ ਤੋਂ ਬਾਅਦ 10 ਲੱਖ ਦਾ ਚੈੱਕ ਦੇਣ ਵਾਸਤੇ ਬੁਲਾ ਲਿਆ। ਮੇਰੀ EMI ਬਣ ਗਈ, ਮੇਰੀ ਇੰਸ਼ੋਰੈਂਸ ਬਣ ਗਈ। ਮੈਂ ਬੈਂਕ ਮੈਨੇਜਰ ਨਾਲ ਬੈਠ ਕੇ ਚਾਹ ਪਿਆ, ਮੇਰੇ ਸਾਹਮਣੇ ਚੈੱਕ ਪਿਆ, ਤੇ 15 ਕੁ ਮਿੰਟ ਬਾਅਦ ਉਹਨੇ ਮੈਨੂੰ ਮਨਾ ਕਰਤਾ। ਫਿਰ ਮੈਨੂੰ ਦੂਜੀ ਸਕੀਮ ਪਤਾ ਲੱਗੀ ਮਨਾ ਕਿਉਂ ਕੀਤਾ। ਉਹਨੇ ਮਨਾ ਦੱਸਿਆ ਤਾਂ ਹੈ ਨਹੀਂ, ਪਰ ਉਹਦੀ ਫਾਈਲ ਦੀ ਕਾਪੀ ਮੈਂ ਏਜੰਟ ਕੋਲੋਂ ਫੋਟੋ ਸਟੇਟ ਲੈ ਲਈ ਸੀ ਪਹਿਲੇ। ਉਹਦੇ ਵਿੱਚ ਮੈਨੂੰ ਸਾਰੀ ਗੱਲ ਸਮਝ ਆ ਗਈ ਕਿ ਜਿਹੜਾ ਬਿਲਡਰ ਨੇ ਮੈਨੂੰ ਮਕਾਨ ਵੇਚਿਆ, ਉਹਦਾ ਫਲੈਟ ਦਾ ਨੰਬਰ ਸੀ 223/1 SBP ਹੋਮ ਖਰੜ, ਪਿੰਡ ਛੱਜੂ ਮਾਜਰਾ। ਉਹ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਰਿਜ਼ਰਵ ਹੈ। ਟੈਕਨੀਕਲ ਟੀਮ ਨੇ ਰਿਪੋਰਟ ਕਰ ਦਿੱਤੀ ਬੈਂਕ ਨੂੰ ਕਿ ਇਹਦਾ ਗਰੀਬਾਂ ਲਈ ਰਿਜ਼ਰਵ ਹੈ, ਇੱਥੇ ਲੋਨ ਨਹੀਂ ਹੋ ਸਕਦਾ। ਬੈਂਕ ਨੇ ਮੈਨੂੰ ਦੱਸਿਆ ਕੋਈ ਨਹੀਂ, ਅਨਅਫੀਸ਼ੀਅਲ ਮੈਨੂੰ ਪਤਾ ਲੱਗ ਗਿਆ। ਇਹ ਪਤਾ ਲੱਗੀ ਫਿਰ ਦੂਜੀ ਵਾਰ, ਪਹਿਲਾਂ TDI ਤੋਂ ਪਤਾ ਲੱਗਿਆ ਮੈਨੂੰ ਸਕੈਮ ਦਾ, ਫਿਰ SBP ਹੋਮ ਤੋਂ ਪਤਾ ਲੱਗਿਆ। ਮੈਂ ਉਸੇ ਦਿਨ ਧਾਰ ਲਿਆ ਕਿ ਹੁਣ ਮੈਨੂੰ ਘਰ ਮਿਲੇ ਜਾਂ ਨਾ ਮਿਲੇ, ਮੈਂ ਫਲੈਟ ਲਵਾਂ ਭਾਵੇਂ ਨਾ ਲਵਾਂ, 10 ਲੱਖ ਲੋਕਾਂ ਨੂੰ ਘਰ ਜ਼ਰੂਰ ਮਿਲੇਗਾ। ਤੇ ਆਪਾਂ ਉਸ ਲਈ ਲੜਨਾ ਸ਼ੁਰੂ ਕਰਤਾ। ਫਿਰ 2011 ਤੋਂ ਲੈ ਕੇ 2013 ਤੱਕ ਮੈਂ ਬਹੁਤ ਮਿਹਨਤ ਕਰਕੇ RTI ਰਾਹੀਂ ਰਿਕਾਰਡ ਇਕੱਠਾ ਕੀਤਾ। ਰਿਕਾਰਡ ਇਕੱਠਾ ਕਰਨਾ ਮਤਲਬ ਬਿਲਡਰਾਂ ਖਿਲਾਫ ਜਿਹੜਾ ਸਮਾਜ ਦਾ ਸਭ ਤੋਂ ਧਨਾੜ ਵਰਗ ਹੈਗਾ, ਸਭ ਤੋਂ ਗੁੰਡਿਆਂ ਦਾ ਇੱਕ ਗਰੁੱਪ ਹੈਗਾ, ਸਰਕਾਰੀ ਅਫਸਰਾਂ ਨੂੰ ਜਿਹੜਾ ਰਿਸ਼ਵਤਾਂ ਦੇ ਰਿਹਾ, ਨਗਰ ਕੌਂਸਲ ਦਾ ਉਹ EO ਜਿਹਦੇ ਸਮੇਂ ਦੀ ਮੈਂ ਗੱਲ ਕਰਦਾ 150 ਕਰੋੜ ਦਾ ਮਾਲਕ ਹੈ, ਅਫੀਸ਼ੀਅਲ ਤੇ ਅਨਅਫੀਸ਼ੀਅਲ, ਪਤਾ ਨਹੀਂ ਕਿਹੜੀ ਵਿਜੀਲੈਂਸ ਨੂੰ ਫੜੇਗੀ ਨਹੀਂ ਫੜੇਗੀ। ਤੇ 3 ਸਾਲ ਦੀ ਮਿਹਨਤ ਤੋਂ ਬਾਅਦ ਜਦੋਂ ਮੇਰੇ ਕੋਲ ਰਿਕਾਰਡ ਇਕੱਠਾ ਹੋ ਗਿਆ, ਤਾਂ ਮੈਂ ਪਹਿਲੀ ਵਾਰੀ ਕੰਪਲੇਂਟ ਕੀਤੀ ਪੰਜਾਬ ਪੁਲਿਸ ਨੂੰ ਕਿ ਮੈਂ ਗਰੀਬ ਨਹੀਂ, ਇਨਕਮ ਟੈਕਸ ਦੀ ਰਿਟਰਨ ਮੇਰੀ 15,000 ਤੋਂ ਵੱਧ ਦਿਖਾ ਰਹੀ ਹੈ ਕਿ ਮੈਂ ਗਰੀਬ ਨਹੀਂ। ਇਹ ਫਲੈਟ SBP ਹੋਮ ਨੇ ਮੈਨੂੰ ਵੇਚਿਆ, ਆ ਚੱਕੋ ਪੇਪਰ, ਮੈਂ ਪੇਮੈਂਟ ਦੇ ਦਿੱਤੀ ਹੈ। ਇਸ ਕਰਕੇ SBP ਹੋਮ ਨੇ ਮੇਰੇ ਨਾਲ ਠੱਗੀ ਮਾਰ ਲਈ ਹੈ। ਪਰ ਇਹ ਇਕੱਲੀ ਸਤਨਾਮ ਦਾਊ ਨਾਲ ਠੱਗੀ ਨਹੀਂ ਮਾਰੀ, ਇਹ ਸਰਕਾਰ ਨਾਲ ਵੀ ਠੱਗੀ ਮਾਰੀ। ਕੋਈ ਸਰਕਾਰ ਨੇ ਜਦੋਂ ਲਾਇਸੈਂਸ ਦਿੱਤਾ, ਆ ਚੱਕੋ ਸਰਕਾਰੀ ਪਾਲਿਸੀ, ਇਹਨੂੰ ਬਹੁਤ ਸਾਰੀ ਸਹੂਲਤਾਂ ਮਿਲੀਆਂ, ਤੇ ਇਹ ਗਰੀਬ ਦਾ ਘਰ ਨਗਰ ਕੌਂਸਲ ਦੇ EO ਨੇ ਡਰਾ ਕੱਢ ਕੇ ਬਿਲਡਰ ਦਾ ਵੇਚਣਾ ਸੀ। ਇਸ ਕਰਕੇ ਪੰਜਾਬ ਸਰਕਾਰ ਨਾਲ ਵੀ ਠੱਗੀ ਮਾਰੀ। ਤੇ ਜਿੱਥੇ ਮੈਂ ਇਸ ਪ੍ਰੋਜੈਕਟ ਦੇ ਵਿੱਚ ਘਰ ਲਿਆ, ਉੱਥੇ 108 ਫਲੈਟ ਹੋਰ ਹੈ ਟਾਵਰ ਨੰਬਰ 9 'ਚ, ਗਰੀਬਾਂ ਲਈ ਰਿਜ਼ਰਵ। 108 ਲੋਕਾਂ ਨਾਲ ਵੀ ਠੱਗੀ ਮਾਰ ਗਏ, ਕਿਉਂਕਿ ਉਹ ਮੇਰੇ ਵਰਗੇ ਲੋਕਾਂ ਨੂੰ ਵੇਚਦਾ ਰਜੇ ਪੁੱਜਿਆ ਨੂੰ। 108 ਗਰੀਬ ਲੋਕਾਂ ਨਾਲ ਵੀ ਠੱਗੀ ਮਾਰ ਗਏ। ਇਸ ਬੰਦੇ ਤੇ ਪਰਚਾ ਦਰਜ ਹੋਣਾ ਚਾਹੀਦਾ। ਇਹ ਪੂਰੇ ਇੰਡੀਆ ਦੀ ਪਹਿਲੀ ਕੰਪਲੇਂਟ ਹੈ, ਪੰਜਾਬ ਦੀ ਪਹਿਲੀ ਕੰਪਲੇਂਟ ਹੈ ਜਿਸ 'ਚ ਮੈਂ ਗੱਲ ਕਹੀ ਕਿ ਗਰੀਬਾਂ ਦਾ ਘਰ ਵੇਚਿਆ ਗਿਆ। FIR ਦਰਜ ਹੋਈ? ਫਿਰ ਉਸ ਵਕਤ ਤੁਹਾਡੀ ਕੰਪਲੇਂਟ ਤੋਂ ਬਾਅਦ FIR ਦਰਜ ਹੋਈ, ਅੱਗੇ ਕੋਈ ਉਹ 'ਤੇ ਕਾਰਵਾਈ ਹੋਈ? ਉਹ ਮੇਰੇ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਨਿਕਲਿਆ ਜਦੋਂ ਮੈਂ ਕੰਪਲੇਂਟ ਕੀਤੀ। ਮੇਰੀ ਬਰਬਾਦੀ ਦੇ ਦਿਨ ਉੱਥੋਂ ਸ਼ੁਰੂ ਹੋਏ, ਕਿਉਂਕਿ ਪਰਚਾ ਦਰਜ ਕਰਨਾ ਇੱਕ ਧਨਾੜ ਬਿਲਡਰ ਤੇ, ਜੇ ਇੱਕ ਬਿਲਡਰ ਤੇ ਪਰਚਾ ਦਰਜ ਹੋਗਾ, ਕੱਲ ਨੂੰ ਦੂਜੇ ਤੇ ਹੋਏਗਾ, ਫਿਰ ਤੀਜੇ ਤੇ ਹੋਏਗਾ, ਫਿਰ ਚੌਥੇ ਤੇ ਹੋਏਗਾ, ਫਿਰ ਪੰਜਵੇਂ ਤੇ ਹੋਏਗਾ। ਹਜ਼ਾਰਾਂ ਬਿਲਡਰਾਂ ਦੇ ਪਰਚੇ ਦਰਜ ਕਰਨੇ ਪੈਣੇ। 1 ਲੱਖ ਕਰੋੜ ਦਾ ਸਕੈਮ ਹੈ, ਇਸ ਕਰਕੇ ਪਰਚਾ ਕਿਹਨੇ ਦਰਜ ਕਰਨਾ ਸੀ। ਤੇ ਮੈਨੂੰ ਥ੍ਰੈਟ ਕੀਤਾ ਗਿਆ, ਬਿਲਡਰਾਂ ਵੱਲੋਂ ਧਮਕੀ ਦਿੱਤੀਆਂ ਗਈਆਂ। ਇੱਕ SP ਪੰਜਾਬ ਪੁਲਿਸ ਦਾ, ਉਹਨੇ ਮੇਰੇ ਪਿੱਛੇ ਗੁੰਡੇ ਛਡਵਾ ਕੇ ਬਿਲਡਰ ਨਾਲ ਮਿਲ ਕੇ ਮੈਨੂੰ ਘੇਰ ਕੇ ਕੁੱਟਿਆ ਗਿਆ, ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਮੇਰਾ ਬੇਟਾ ਜਿਹੜੇ ਸਕੂਲ 'ਚ ਪੜ੍ਹਦਾ ਸੀ, ਉਹਦੇ ਪਿੱਛਾ ਕੀਤਾ ਗਿਆ, ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਮੈਨੂੰ ਝੂਠੇ ਕੇਸਾਂ 'ਚ ਫਸਾਇਆ ਗਿਆ। ਮੇਰੇ ਬਹੁਤ ਸਾਰੀਆਂ ਅਰਜ਼ੀਆਂ ਮੇਰੇ ਤੇ ਬਲੈਕਮੇਲਿੰਗ ਦੇ ਤੇ ਹੋਰ ਦਿੱਤੀਆਂ ਗਈਆਂ। ਗੁੰਡੇ ਮੇਰੇ ਪਿੱਛਾ ਕਰਦੇ ਸੀ, ਮੇਰਾ ਘਰੋਂ ਨਿਕਲਣਾ ਬੰਦ ਕਰਤਾ, ਮੇਰਾ ਕੰਮਕਾਰ ਸਾਰਾ ਬੰਦ ਹੋਇਆ। ਮੇਰੇ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਉਹ ਐਪਲੀਕੇਸ਼ਨ ਦੇਣ ਤੋਂ ਬਾਅਦ ਸਟਾਰਟ ਹੋਇਆ। ਸੱਚ ਲਈ ਆਵਾਜ਼ ਉਠਾਈ, ਲੋਕਾਂ ਲਈ ਆਵਾਜ਼ ਉਠਾਈ, ਤੇ ਸਿੱਟੇ ਤੁਹਾਨੂੰ ਇਹ ਭੁਗਤਣੇ ਪਏ। ਨਹੀਂ, ਮੈਂ ਹਲੇ ਵੀ ਭੁਗਤ ਰਿਹਾ, ਕੋਈ ਗੱਲ ਨਹੀਂ। ਅਸੀਂ ਰਹਿ ਰਹੇ ਹਾਂ ਉਸ ਦੇਸ਼ 'ਚ ਜਿੱਥੇ ਜਿਹਨੂੰ ਵੱਡਾ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ। ਤੇ ਮੈਂ ਹੁਣ ਵੀ ਭੁਗਤ ਰਿਹਾ। ਤੇ ਅਖੀਰ ਨੂੰ ਆਮ ਆਦਮੀ ਪਾਰਟੀ ਆ ਗਈ। ਆਮ ਆਦਮੀ ਪਾਰਟੀ ਦਾ ਪਤਾ ਲੱਗਣ ਲੱਗ ਪਿਆ। ਫਿਰ ਮੈਂ ਆਮ ਆਦਮੀ ਪਾਰਟੀ ਤੱਕ ਪਹੁੰਚ ਕੀਤੀ ਕਿ ਇਹਦਾ ਬਹੁਤ ਵੱਡਾ ਭ੍ਰਿਸ਼ਟਾਚਾਰ ਹੈ ਬਾਦਲ ਸਰਕਾਰ ਦਾ। ਮੇਰਾ ਸਵਾਲ ਹੋਰ ਹੈ ਨਾਲ ਜੀ ਕਿ ਇਸ ਮਸਲੇ ਨੇ ਪਹਿਲਾਂ ਬਾਦਲਾਂ ਦੀ ਸਰਕਾਰ ਦੇਖੀ ਜੀ, ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਦੇਖੀ। ਜੀ ਜੀ,
ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਨਹੀਂ ਮੈਂ ਮੋਦੀ ਦੀ ਵੀ ਗੱਲ ਕਰਨ ਲੱਗਿਆ ਹੁਣੇ, ਆਮ ਆਦਮੀ ਪਾਰਟੀ ਰਹੀ ਵਿੱਚ ਮੋਦੀ ਦੀ ਵੀ ਇੰਟਰਵੈਂਸ਼ਨ ਹੈਗੀ ਨਾ, ਹੈ। ਮੋਦੀ ਦੀ ਜ਼ਿਆਦਾ। ਹਾਂ, ਫਿਰ ਇਹ ਮਾਮਲਾ ਆਮ ਆਦਮੀ ਪਾਰਟੀ 'ਚ ਆ ਗਿਆ। ਭਗਵੰਤ ਮਾਨ ਜਿਹੜੇ ਅੱਜ ਕੱਲ੍ਹ ਆਪਣੇ ਸੂਬੇ ਦੇ ਮੁੱਖ ਮੰਤਰੀ ਆ, ਉਹ ਵੀ ਆਮ ਆਦਮੀ ਪਾਰਟੀ ਸੀ। ਮੈਂ ਆਮ ਆਦਮੀ ਪਾਰਟੀ ਦੀ ਸੂਬਾ ਕਮੇਟੀ 'ਚ ਇਹ ਮਾਮਲਾ ਰੱਖਿਆ। ਡਾਕਟਰ ਧਰਮਵੀਰ ਗਾਂਧੀ ਮੇਰੇ ਦੋਸਤ ਸੀਗੇ ਪੁਰਾਣੇ, ਤੇ ਇਹ ਮਾਮਲਾ ਸੂਬਾ ਕਮੇਟੀ 'ਚ ਰੱਖਿਆ ਕਿ ਇਹ ਸਕੈਮ ਹੈਗਾ ਬਾਦਲ ਸਰਕਾਰ ਦਾ। ਇਸ ਏਰੀਆ 'ਚ ਆਪਾਂ ਚੰਡੀਗੜ੍ਹ ਦੇ 3-4 ਐਮਐਲਏ ਜਿਹੜੇ ਆ ਉਹ ਖਤਮ ਹੋ ਜਾਣਗੇ, ਕਿਉਂਕਿ ਬਹੁਤੇ ਬਿਲਡਰ ਆ ਜਾਂ ਉਹਨਾਂ ਦੀ ਹਿੱਸਾ ਪੱਤੀ ਹੈ, ਤੇ ਇਹ ਸਕੈਮ ਜਿਹੜਾ ਆਮ ਆਦਮੀ ਪਾਰਟੀ ਆਪਣੇ ਪੱਧਰ ਦੇ ਉੱਪਰ ਚੱਕੇ। ਤੇ ਆਮ ਆਦਮੀ ਪਾਰਟੀ ਨੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੂੰ ਇਹ ਮਾਮਲਾ ਦਿੱਤਾ। ਡਾਕਟਰ ਧਰਮਵੀਰ ਗਾਂਧੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਆਨ ਅਰਬਨ ਡਿਵੈਲਪਮੈਂਟ ਦੇ ਮੈਂਬਰ ਸੀਗੇ। ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਆਨ ਅਰਬਨ ਡਿਵੈਲਪਮੈਂਟ 'ਚ ਪੂਰੇ ਦੇਸ਼ ਦੇ ਹਰੇਕ ਸੂਬੇ ਦਾ ਇੱਕ ਐਮਪੀ ਮੈਂਬਰ ਹੁੰਦਾ, ਪੂਰੇ ਦੇਸ਼ ਦੇ ਜਿੰਨੇ ਵੀ ਸੂਬੇ ਹੈਗੇ ਉਹਦੇ ਮੈਂਬਰ ਸੀ। ਉੱਥੇ ਮਾਮਲਾ ਰੱਖਿਆ ਗਿਆ ਪੜਤਾਲ ਲਈ। ਉੱਥੋਂ ਪਤਾ ਲੱਗਾ ਇਹ ਪੰਜਾਬ ਨਹੀਂ, ਇਹ ਹਰਿਆਣੇ 'ਚ ਵੀ ਹੈ, ਯੂਪੀ 'ਚ ਵੀ ਹੈ, ਰਾਜਸਥਾਨ 'ਚ ਵੀ ਹੈ, ਕੇਰਲ 'ਚ ਵੀ ਹੈ, ਪਤਾ ਨਹੀਂ ਸਾਰੇ ਇੰਡੀਆ 'ਚ ਹੀ ਹੈ। ਪੂਰੇ ਇੰਡੀਆ 'ਚ ਜੇ ਪੰਜਾਬ 1 ਲੱਖ ਕਰੋੜ ਦੇ ਡਾਕੂਮੈਂਟ ਪੇਸ਼ ਕਰ ਰਿਹਾ ਤਾਂ ਪੂਰੇ ਇੰਡੀਆ 'ਚ 1 ਲੱਖ ਨੂੰ 25-26 ਨਾਲ ਮਲਟੀਪਲਾਈ ਕਰ ਲਓ, ਇੰਨੇ ਲੱਖਾਂ ਕਰੋੜ ਦਾ ਇਹ ਸਕੈਮ ਹੋ ਗਿਆ। ਇਹ ਮੈਨੂੰ ਪਾਰਲੀਮੈਂਟ ਤੋਂ ਪਤਾ ਲੱਗਿਆ। ਤੇ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਲਗਾਤਾਰ ਮੀਟਿੰਗਾਂ ਚੱਲਦੀਆਂ ਰਹੀਆਂ। 2 ਮੀਟਿੰਗਾਂ ਚੰਡੀਗੜ੍ਹ 'ਚ ਹੋਈਆਂ, ਇੱਕ ਮੈਰਿਟ ਹੋਟਲ 'ਚ ਹੋਈ ਹੈ, 5 ਸਟਾਰ ਹੋਟਲ ਸੈਕਟਰ 35 'ਚ, ਇੱਕ ਸ਼ਿਮਲੇ 'ਚ ਹੋਈ ਹੈ। ਪਰ ਡਾਕਟਰ ਧਰਮਵੀਰ ਗਾਂਧੀ ਅੜੇ ਰਹੇ ਇਸ ਮਾਮਲੇ 'ਚ, ਸਾਨੂੰ ਚੰਗੀ ਆਫਰ ਵੀ ਆਉਂਦੀ ਰਹੀ। ਫਿਰ ਹੋਇਆ ਕਿ ਇਹ ਤਾਂ ਹੋ ਗਈ ਅਲੱਗ ਗੱਲ ਕਿ ਪਾਰਲੀਮੈਂਟ 'ਚ ਗਈ, ਬਿਲਡਰਾਂ ਵੱਲੋਂ ਤੁਹਾਨੂੰ ਆਫਰ ਆਈਆਂ ਜਾਂ ਬਿਲਡਰਾਂ ਸਰਕਾਰ ਵੱਲੋਂ ਵੱਲੋਂ ਆਫਰ ਆਈਆਂ, ਸਰਕਾਰਾਂ ਵੱਲੋਂ ਵੀ ਆਈਆਂ, ਸਾਰੇ ਪਾਸੇ ਤੋਂ ਆਇਆ। ਕੀ ਆਫਰ ਆਈਆਂ? ਉਹ ਬਾਅਦ ਦੇ ਵਿੱਚ ਦੱਸਾਂਗਾ। ਸਾਡੀ ਟੀਮ ਨੂੰ 1 ਲੱਖ ਜਿਹੜੀ 100 ਕਰੋੜ ਤੱਕ ਦੀ ਆਫਰ ਵੀ ਆਈ, ਕਿਉਂਕਿ ਜਿਹੜੇ ਪੰਜਾਬ 'ਚ ਮੈਗਾ ਪ੍ਰੋਜੈਕਟ ਤੇ ਸੁਪਰ ਮੈਗਾ ਪ੍ਰੋਜੈਕਟ ਹੈ ਉਹ ਲਗਭਗ 7000 ਏਕੜ 'ਚ ਹੈ। 7000 ਏਕੜ ਦਾ 10% ਲਗਾ ਲਈਏ, 700 ਏਕੜ ਹੈ। 700 ਏਕੜ ਜੇ ਮੋਹਾਲੀ 'ਚ ਜਾਂ ਲੁਧਿਆਣੇ ਜਾਂ ਬਠਿੰਡੇ 'ਚ ਸ਼ਹਿਰੀ ਪ੍ਰਾਪਰਟੀ ਹੋਵੇ 10 ਲੱਖ ਕਰੋੜ ਨੂੰ 1 ਕਿੱਲਾ ਮੰਨ ਲਓ, 7000 ਕਰੋੜ ਦੀ ਹੈ। ਉਹ 7000 ਕਰੋੜ ਦੀ ਆਪਣੇ ਸੰਘਰਸ਼ ਕਰਕੇ ਜ਼ਮੀਨ ਗਈ ਸਰਕਾਰਾਂ ਦੇ ਖਾਤੇ 'ਚ। ਸਰਕਾਰਾਂ ਹਾਲੇ ਵੀ ਬੇਈਮਾਨ ਹੈ, ਸਰਕਾਰਾਂ ਦੇ ਖਾਤੇ 'ਚ ਗਈ ਉਹ ਜ਼ਮੀਨ ਜਾਣ ਤੋਂ ਰੋਕਣ ਵਾਸਤੇ ਮੇਰੇ ਤੇ ਪੂਰਾ ਦਬਾਅ ਰਿਹਾ। 100 ਕਰੋੜ ਤੱਕ ਦੀ ਉਹਨਾਂ ਨੇ ਬਜਟ ਰੱਖਿਆ ਵੀ ਇਹ 2-3 ਬੰਦੇ ਬਣਾ ਲਓ। ਉਹ ਕਿਹੜੇ ਬੰਦੇ ਅੱਗੇ ਮੈਂ ਦੱਸਦਾ। ਉਹ 'ਚ ਮੈਂ ਵੀ ਸੀਗਾ, ਡਾਕਟਰ ਧਰਮਵੀਰ ਗਾਂਧੀ ਵੀ ਸੀ, ਮੇਰੇ ਵਕੀਲ ਐਡਵੋਕੇਟ RS ਬੈਂਸ ਜਿਹੜੇ ਸੀਨੀਅਰ ਐਡਵੋਕੇਟ ਹਾਈ ਕੋਰਟ 'ਚ ਜਸਟਿਸ ਅਜੀਤ ਸਿੰਘ ਬੈਂਸ ਦੇ ਬੇਟੇ ਸੀ, 3 ਲੋਕ ਸੀਗੇ। ਸਾਨੂੰ ਆਫਰ ਆਉਂਦੀ ਰਹੀ ਆ, ਪਰ ਮੋਦੀ ਸਰਕਾਰ ਕੱਖ ਨਹੀਂ ਕਰ ਸਕੀ। ਹੁਣ ਗੱਲ ਆ ਗਈ ਪੁਲਿਸ ਦੀ ਕੰਪਲੇਂਟ ਦੀ। ਮੈਂ 2009 ਤੋਂ ਲੱਗਿਆ ਹਾਂ, 11 'ਚ ਮੈਂ ਕੰਪਲੇਂਟ ਕੀਤੀ, 13 'ਚ ਮੈਂ ਕੰਪਲੇਂਟ ਕੀਤੀ, 13 ਤੋਂ ਲੈ ਕੇ 15 ਤੱਕ ਪਰਚਾ ਦਰਜ ਨਹੀਂ ਹੋਇਆ। ਆਮ ਆਦਮੀ ਪਾਰਟੀ ਨੇ ਵੀ ਜ਼ੋਰ ਲਾ ਲਿਆ, ਪਾਰਲੀਮੈਂਟ ਨੇ ਵੀ ਜ਼ੋਰ ਲਾ ਲਿਆ, ਮੈਂ ਵੀ ਜ਼ੋਰ ਲਾ ਲਿਆ। ਫਿਰ ਮੈਂ ਹਾਈ ਕੋਰਟ ਗਿਆ ਕਿ ਵੀ ਇਹ ਮੇਰੇ ਨਾਲ ਠੱਗੀ ਹੋਈ ਆ, ਮੈਂ ਗਰੀਬ ਨਹੀਂ ਆ, ਸਾਰੇ ਡਾਕੂਮੈਂਟ ਚੱਕੋ। ਤਾਂ ਹਾਈ ਕੋਰਟ ਦੇ ਆਰਡਰ ਹੋਏ ਪੰਜਾਬ ਸਰਕਾਰ ਨੂੰ, ਉਧਰੋਂ ਪਾਰਲੀਮੈਂਟ ਦਾ ਵੀ ਪ੍ਰੈਸ਼ਰ ਸੀਗਾ ਪੰਜਾਬ ਸਰਕਾਰ ਨੂੰ। ਫਿਰ 2015 'ਚ FIR ਨੰਬਰ 215/15 ਥਾਣਾ ਸਿਟੀ ਖਰੜ ਦੇ ਵੀ ਦਰਜ ਹੋਈ। ਉਹ 'ਚ ਸਾਰੀ ਗੱਲਬਾਤ ਲਿਖੀ ਗਈ, ਪਰ ਉਹ ਪਰਚਾ ਦਰਜ ਹੋਣ ਤੋਂ ਪਹਿਲੇ 3 ਵਾਰੀ ਮੇਰੇ ਕੰਪਲੇਂਟ ਨੂੰ ਦਾਖਲ ਦਫ਼ਤਰ ਕੀਤਾ ਗਿਆ। ਮੈਨੂੰ ਇੱਕ SSP ਨੇ ਆਪਣੇ ਕਮਰੇ 'ਚ ਵੀ ਬੰਦ ਕਰ ਲਿਆ ਸੀ ਆਪਣੇ ਆਫਿਸ ਦੇ ਵਿੱਚ, ਤੇ 3 ਵਾਰੀ 3 ਅਲੱਗ-ਅਲੱਗ SSP ਨੇ ਮੇਰੀ ਕੰਪਲੇਂਟ ਨੂੰ ਖਤਮ ਕੀਤਾ। ਮੈਂ ਫਿਰ ਕੰਪਲੇਂਟ ਦੇ ਦਿੰਦਾ ਸੀ ਇਹਦੇ, ਕਿਉਂਕਿ ਮੈਂ ਸਾਰੇ ਡਾਕੂਮੈਂਟ ਸੀ ਮੇਰੇ ਕੋਲ RTI। ਮੈਂ ਕੋਈ ਵੀ ਚਿੱਠੀ ਬਿਨਾਂ ਲੈਟਰ ਤੋਂ ਲਿਖਦਾ ਨਹੀਂ ਸੀ ਕਿ ਸਰਕਾਰੀ ਲੈਟਰ ਨੰਬਰ ਇਹ ਸਰਕਾਰੀ ਨੰਬਰ। SSP ਦੇ ਉੱਪਰ ਵੀ ਉੱਪਰੋਂ ਦਬਾਅ ਹੋਣਾ, ਪੋਲੀਟੀਕਲ ਦਬਾਅ ਹੋਣਾ, ਜਿਹਦੀ ਵਜ੍ਹਾ ਕਰਕੇ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੀ, ਸੁਖਵੀਰ ਸਿੰਘ ਬਾਦਲ ਦਾ ਸੀ, ਕਿਉਂਕਿ ਚਲਾ ਤਾਂ ਸੁਖਵੀਰ ਬਾਦਲ ਤੇ ਪ੍ਰਕਾਸ਼ ਬਾਦਲ ਨੂੰ ਬਿਲਡਰ ਸੀਗੇ। ਉਹਨਾਂ ਦੇ MLA, ਉਹਨਾਂ ਦੇ ਮੰਤਰੀ ਦਾ ਆਪ ਖੁਦ ਬਿਲਡਰ ਸੀਗੇ। ਇਸ ਕਰਕੇ SSP ਦਾ ਵਿਚਾਰਾ ਇੱਕ ਕਠਪੁਤਲੀ ਬਣ ਕੇ ਰਹਿ ਜਾਂਦਾ ਪੋਲੀਟੀਕਲ ਲੋਕਾਂ ਦੀ। ਤੇ ਪਰਚਾ ਦਰਜ 3 ਵਾਰੀ ਨਹੀਂ ਹੋਇਆ। ਕਦੇ DA ਲੀਗਲ ਨੇ ਆਬਜੈਕਸ਼ਨ ਲਾਤਾ, ਕਦੇ ਕਿਸੇ ਨੇ ਝੂਠੀ ਰਿਪੋਰਟ ਬਣਾ ਦਿੱਤੀ। ਫਿਰ ਮੇਰੇ ਤੇ ਦਸੰਬਰ 14 'ਚ ਹਮਲਾ ਹੋਇਆ। ਦਸੰਬਰ 14 'ਚ ਗੁੰਡੇ ਛੱਡੇ ਇੱਕ SP ਨੇ ਮੇਰੇ ਪਿੱਛੇ, ਉਹ ਮੇਰਾ ਪਿੱਛਾ ਕਰਦੇ ਕਿਉਂਕਿ SSP ਆਫਿਸ ਮੇਰੇ ਘਰ ਤੋਂ 100 ਮੀਟਰ ਦੇ ਰਹੀ ਸੀ। ਗੁੰਡੇ ਛੱਡੇ, ਗਵਾਂਢੀ ਦੇ ਕੈਮਰੇ ਵੀ ਲੱਗੇ ਹੋਏ ਸੀ, ਮੈਨੂੰ ਪਤਾ ਨਹੀਂ ਸੀ। ਇੱਕ ਦਿਨ ਵਾਰ ਮੇਰੀ ਬੇਟੀ ਛੋਟੀ ਸੀ, ਉਹ ਮਤਲਬ ਥੋੜ੍ਹੇ ਦਿਨ ਦੀ ਸੀ, 1-2 ਮਹੀਨੇ ਦੀ ਬੇਟੀ ਸੀ। ਮੈਂ ਡਾਇਪਰ ਲੈਣ ਗਿਆ ਤਾਂ ਗੁੰਡੇ ਮੇਰੇ ਘਰ ਦੇ ਬਾਹਰ ਅੱਗੇ ਸੜਕ ਕ੍ਰਾਸ ਕਰਕੇ ਖੜੇ, ਉੱਤੇ ਬਾਈ ਚਾਂਸ ਕੈਮਰੇ ਲੱਗੇ ਹੋਏ ਸੀ। ਉਹਨੇ ਬਹਾਨੇ ਨਾਲ ਮੈਨੂੰ ਬੁਲਾਇਆ ਤੇ ਮੈਨੂੰ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ। ਤੇ ਕੁੱਟਮਾਰ ਜਿਹੜੀ ਹੋਈ ਹੈ, ਮੇਰੇ 10 ਮੀਟਰ ਦੇ ਵਿੱਚ ਟ੍ਰੈਫਿਕ ਸਿਗਨਲ ਹੈ, ਟ੍ਰੈਫਿਕ ਸਿਗਨਲ ਤੇ ਜਿਪਸੀ ਖੜੀ ਹੁੰਦੀ ਸੀ ਪੰਜਾਬ ਪੁਲਿਸ ਦੀ ਟ੍ਰੈਫਿਕ ਦੀ, ਕਿਉਂਕਿ ਅੱਗੇ SSP ਆਫਿਸ ਸੀਗਾ 100 ਮੀਟਰ ਦੇ ਏਰੀਏ 'ਚ। ਤਾਂ 5 ਵਜੇ ਤੋਂ ਪਹਿਲੇ ਮੇਰੇ ਤੇ ਹਮਲਾ ਹੋਇਆ। 5 ਵਜੇ ਤੋਂ ਪਹਿਲਾਂ ਉਹ ਟ੍ਰੈਫਿਕ ਜਿਪਸੀ ਨੂੰ ਭਜਾਇਆ ਗਿਆ ਉੱਥੋਂ। ਤੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਮੇਰੇ ਤੇ ਹਮਲਾ ਹੋਇਆ, ਮੇਰੀ ਬੁਰੀ ਤਰੀਕੇ ਨਾਲ ਕੁੱਟਮਾਰ ਹੋਈ ਤੇ ਪੱਗ ਪੁੱਗ ਉਤਰ ਗਈ ਮੇਰੀ। ਚਿੱਕੜ ਸੀਗਾ ਬਹੁਤ, ਅੱਜ ਕੱਲ੍ਹ ਦੇ ਦਿਨ ਸੀ ਮੇਰੇ ਖਿਆਲ, ਮੇਰੇ ਯਾਦ ਨਹੀਂ ਹੈ। ਤੇ ਰੌਲਾ ਪੈ ਗਿਆ। ਕੁਦਰਤੀ ਮੈਂ ਵੀ ਥੋੜ੍ਹਾ ਹਿੰਮਤ ਨਹੀਂ ਹਾਰੀ ਤੇ ਉਹ ਗੁੰਡਿਆਂ ਨੇ ਮੇਰੇ ਰੋੜਾਂ ਵੀ ਬਹੁਤ ਮਾਰੀਆਂ, ਮੇਰੇ ਫੱਟੀਆਂ ਵੱਜੀਆਂ, ਮੇਰੇ ਵਾਲ ਪੱਟੇ ਹੋਏ, ਪੱਗ ਪੁੱਗ ਉਤਰ ਗਈ ਸੀ ਮੇਰੀ। ਪਰ ਉਹ ਰੌਲੇ ਰੱਪੇ 'ਚ ਭੱਜ ਗਏ ਜਦੋਂ ਪਬਲਿਕ ਇਕੱਠੀ। ਕੋਈ 5 ਵਜੇ ਦਾ ਟਾਈਮ ਸੀ, ਨੈਸ਼ਨਲ ਹਾਈਵੇ 'ਤੇ ਸੀ, ਜਿਹੜਾ ਹਾਈਵੇ ਹੈ ਮੇਨ ਸਿਟੀ ਦਾ। ਤੇ ਇਹ ਤਾਂ ਉਹ ਗੱਲ ਹੋਈ। ਹੁਣ ਗੱਲ ਹੋ ਗਈ ਵੀ ਪਰਚਾ ਤਾਂ ਦਰਜ ਨਹੀਂ ਹੋਇਆ।
ਉਦੋਂ ਫਿਰ ਇੱਕ ਚੰਗੀ ਗੱਲ ਇਹ ਹੋ ਗਈ ਵੀ ਡਾਕਟਰ ਗਾਂਧੀ ਤੇ ਹੋਰ ਜਿਹੜੇ ਬੰਦੇ ਸੀ ਆਮ ਆਦਮੀ ਪਾਰਟੀ ਦੇ ਸਪੋਰਟਰ ਉਹ ਮੇਰੇ ਹੱਕ 'ਚ ਆ ਗਏ। ਹਸਪੀਟਲ 'ਚ ਮੇਰਾ ਮੈਡੀਕਲ ਹੋਇਆ, ਮੈਂ ਹਸਪੀਟਲ 'ਚ ਐਡਮਿਟ ਰਿਹਾ, ਤਾਂ 100-150 ਬੰਦੇ ਆਪਣੇ ਹੱਕ 'ਚ ਆ ਗਏ। ਡਾਕਟਰ ਗਾਂਧੀ ਦੇ ਨਾਲ 25-30 ਵਕੀਲ ਹੋ ਗਏ। ਫਿਰ ਅਸੀਂ ਐਸਐਸਪੀ ਦਫ਼ਤਰ ਪਹੁੰਚ ਗਏ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਐਸਐਸਪੀ ਤੇ ਸਾਰੇ ਐਸਪੀ ਆਫਿਸ ਖਾਲੀ ਛੱਡ ਕੇ ਚਲੇ ਗਏ। ਉੱਥੇ ਮੈਂਬਰ ਪਾਰਲੀਮੈਂਟ ਤੇ 25-30 ਵਕੀਲ ਤੇ 100-150 ਹੋਰ ਲੋਕ ਅਸੀਂ ਐਸਐਸਪੀ ਦਫ਼ਤਰ ਬੈਠੇ, ਕੋਈ ਨਾ ਆਵੇ। ਮੇਰੇ ਸੱਟਾਂ ਤਾਂ ਚਲੋ ਬਹੁਤੇ ਲੱਗੇ, ਮੈਂ ਹੀ ਪਹੁੰਚ ਗਿਆ ਸੀਗਾ। ਅਖੀਰ ਨੂੰ ਜਿਹੜੇ ਐਸਪੀ ਨੇ ਮੇਰੇ ਤੇ ਹਮਲਾ ਕਰਵਾਇਆ, ਜਿਹੜਾ ਐਸਪੀ ਮੇਰੇ ਤੇ ਪ੍ਰੈਸ਼ਰਾਈਜ਼ ਕਰਦਾ ਸੀ, ਹਰਪਾਲ ਸਿੰਘ ਉਹਦਾ ਨਾਮ ਹੈ, ਅੱਜ ਕੱਲ੍ਹ ਜੇਲ੍ਹ 'ਚ ਹੈ ਕਿਸੇ ਕੇਸ 'ਚ, ਉਹ ਕਤਲ ਕੇਸ 'ਚ। ਤਾਂ ਜਦੋਂ ਅਸੀਂ ਗਏ ਮੈਂਬਰ ਪਾਰਲੀਮੈਂਟ ਨਾਲ ਗੱਲ ਕੀਤੀ, ਕਹਿੰਦਾ ਕਿਹੜੇ ਕੇਸ ਦੀ ਗੱਲ ਕਰਦਾ ਸਤਨਾਮ? ਉਹੀ ਕਹਿੰਦਾ ਇਹਨੂੰ ਪੈਸੇ ਦੇ ਰਹੇ ਬਿਲਡਰ ਲੈ ਲੈ। ਮਤਲਬ ਉਹ ਐਮਪੀ ਦੇ ਸਾਹਮਣੇ ਤੇ 25 ਦੇ ਵਕੀਲਾਂ ਦੇ ਸਾਹਮਣੇ ਕਹਿ ਰਹੇ ਵੀ ਪੈਸੇ ਕਿਉਂ ਨਹੀਂ ਲੈਂਦਾ ਹੈ। ਫਿਰ ਮੈਂ ਵੀ ਚਲੋ ਗੁੱਸੇ ਸੀ, ਮੈਨੂੰ ਕਿਹਾ ਯਾਰ ਤੂੰ ਇੱਥੇ ਪੈਸੇ ਦਿਵਾਉਣ ਵਾਸਤੇ ਬੈਠਾ, ਤੇਰੀ ਨੌਕਰੀ ਮੈਨੂੰ ਪੈਸੇ ਦਿਵਾਉਣ ਦੀ ਬਿਲਡਰਾਂ ਤੋਂ। ਤੇਰੀ ਨੌਕਰੀ ਕੀ ਹੈ ਕਿ ਤੂੰ ਬਿਲਡਰ ਦੇ ਹੱਕ 'ਚ ਭੁਗਤੇਗਾ? ਮੇਰੀ ਜੇ ਮੈਂ ਪੈਸੇ ਲੈਣੇ ਮੈਂ ਬਿਲਡਰ ਨਾਲ ਬਾਹਰ ਸਮਝੌਤਾ ਕਰ ਲਾਂ, ਤੇਰੇ ਵਿੱਚ ਕੀ ਲੋੜ ਹੈ? ਤੁਹਾਨੂੰ ਐਸਐਸਪੀ ਕਹਿ ਰਿਹਾ ਸੀ, ਐਸਪੀ ਕਹਿ ਰਿਹਾ ਸੀ ਹਰਪਾਲ ਸਿੰਘ ਕਹਿ ਕਿ ਰਹੇ ਤੂੰ ਬਿਲਡਰਾਂ ਤੋਂ ਪੈਸੇ ਲੈ ਲੈ। ਹਾਂ, ਪੈਸੇ ਕਿਉਂ ਨਹੀਂ ਲੈ ਰਿਹਾ? ਔਰ ਵਕੀਲਾਂ ਦੀ ਐਮਪੀ ਦੀ ਹਾਜ਼ਰੀ 'ਚ। ਹਾਂਜੀ। ਫਿਰ ਮੈਂ ਵੀ ਚਾਰ ਚੰਬ ਕੀਤੀ ਉਹਦੀ, ਤੇ ਬਾਕੀ ਡਾਕਟਰ ਗਾਂਧੀ ਨੇ ਵੀ ਕੀਤੀ, ਬਾਕੀ ਨੇ ਵੀ ਕੀਤੀ। ਫਿਰ ਉਹ ਹੱਥ ਜੋੜ ਕੇ ਖੜਾ ਹੋ ਗਿਆ। ਨਹੀਂ, ਹੱਥ ਜੋੜ ਕੇ ਨਹੀਂ ਖੜਾ ਹੋ ਗਿਆ, ਮੈਨੂੰ ਅੱਗੇ ਕਹਿੰਦਾ ਯਾਰ ਬਿਲਡਰ ਦਾ ਆਪਣੇ ਬਿਆਨ ਦੇ ਗਿਆ, ਉਹ ਤਾਂ ਨਿਰਦੋਸ਼ ਹੈ, ਤੂੰ ਸਾਬਤ ਕਰ। ਸਤਨਾਮ ਜੀ, ਤੁਸੀਂ ਵੱਡੇ ਦੋਸ਼ ਲਾ ਰਹੇ ਹੋ ਪੁਲਿਸ ਤੇ, ਪ੍ਰਸ਼ਾਸਨ ਤੇ, ਸਰਕਾਰ ਤੇ, ਹਨਾ, ਸਾਰੇ ਮਹਿਕਮੇ ਵੱਡੇ ਦੋਸ਼ ਲਾ ਰਹੇ ਨੇ। ਤੁਹਾਡੇ ਕੋਲ ਕੋਈ ਪ੍ਰੂਫ ਹੈ, ਸਬੂਤ ਹੈ ਤੁਹਾਡੇ ਕੋਲ ਇਹਨਾਂ ਗੱਲਾਂ ਦਾ? ਜੇ ਮੈਂ ਸਬੂਤਾਂ ਤੋਂ ਬਿਨਾਂ ਗੱਲ ਕਰਾਂ, ਹੁਣ ਤੱਕ ਮੈਂ ਜੇਲ੍ਹਾਂ 'ਚ ਨਾ ਬੈਠਾ 25 ਦੀ ਕੇਸਾਂ ਨਾਲ ਜਾਂ ਮੈਨੂੰ ਮਾਰ ਨਾ ਦਿੰਦੇ ਹੋ ਤੁਸੀਂ। ਮੇਰੇ ਕੋਲ ਕਿਉਂ ਆਉਂਦੇ ਸਬੂਤ ਨਾ ਹੁੰਦੇ? ਮੈਂ ਅੱਗੇ ਸਬੂਤਾਂ ਦੀ ਵੀ ਗੱਲ ਕਰਾਂਗਾ। ਮੈਂ ਹਾਈ ਕੋਰਟ ਦੀ ਗੱਲ ਕਰਦਾ, ਪਾਰਲੀਮੈਂਟ ਦੀ ਗੱਲ ਕਰਦਾ, 22 ਸਟੇਟਾਂ ਦੇ ਐਮਪੀ ਦੀ ਗੱਲ ਕਰਦਾ। ਪਾਰਲੀਮੈਂਟ ਕਮੇਟੀਆਂ ਬਿਨਾਂ ਸਬੂਤਾਂ ਤੋਂ ਨਹੀਂ ਬੈਠਦੀਆਂ, ਹਾਈ ਕੋਰਟ ਬਿਨਾਂ ਸਬੂਤਾਂ ਤੋਂ ਕੇਸ ਨਹੀਂ ਜਾਂਦਾ। ਆਰਟੀਆਈ 'ਚ ਮੈਂ ਇਹ ਸਬੂਤ ਹੀ ਇਕੱਠੇ ਕੀਤੇ ਹੁਣ ਤੱਕ, ਹੈ ਨਾ। ਹਾਈ ਕੋਰਟ 'ਚ ਮੇਰੇ ਚੌਥਾ ਕੇਸ ਹੈ ਇਸ ਮਾਮਲੇ 'ਚ, ਉਹ ਸਬੂਤਾਂ ਦੇ ਆਧਾਰ 'ਤੇ ਹੈਗਾ। ਫਿਰ ਐਸਪੀ ਕਹਿੰਦਾ ਯਾਰ ਜੇ ਤੈਨੂੰ ਪੈਸੇ ਦੇ ਰਹੇ ਲੈਂਦਾ ਕਿਉਂ ਨਹੀਂ? ਉਹ ਝਾੜ ਚੰਬ ਹੋ ਗਈ। ਫਿਰ ਮੈਂ ਕਿਹਾ ਯਾਰ ਵੀ ਤੂੰ ਇੱਥੇ ਕਿਉਂ ਬੈਠਾ, ਮੈਨੂੰ ਇਨਸਾਫ ਦੇ। ਫਿਰ ਉਹ ਕਹਿੰਦਾ ਬਿਲਡਰ ਦਾ ਸੱਚਾ ਸੁੱਚਾ ਬੰਦਾ ਤਾਂ ਬਿਆਨ ਦੇ ਗਿਆ ਜੀ ਕਿ ਮੈਂ ਕੋਈ ਠੱਗੀ ਨਹੀਂ ਮਾਰੀ। ਮੈਂ ਕਿਹਾ ਬਿਲਡਰ ਦਾ ਤੇਰੇ ਯਾਦ ਹੈ, ਜਿਹੜੇ ਮੇਰੇ ਫਾਈਲ ਨੰਬਰ ਹੁਣ ਵੀ ਯਾਦ ਹੈ, 2011 ਤੋਂ ਲੈ ਕੇ ਅੱਜ ਤੱਕ 3824 ਨੰਬਰ ਫਾਈਲ ਤੇਰੇ ਟੇਬਲ ਤੇ ਪਈ ਹੈ। ਮੈਂ ਕਿਹਾ ਉਹਦਾ 7ਵਾਂ ਨੰਬਰ ਪੇਜ ਪੜ੍ਹ ਤੇ ਉਹਦਾ 11ਵਾਂ ਨੰਬਰ ਪੇਜ ਪੜ੍ਹ, ਉਹਦਾ 36ਵਾਂ ਨੰਬਰ ਪੇਜ, ਮੈਂ ਸਾਰਾ ਗਣਾਤਾ। ਉਹ ਕਹਿੰਦਾ ਛੱਡ ਯਾਰ ਇਹਨਾਂ ਨੂੰ, ਕਹਿੰਦਾ ਮੇਰੇ ਕੋਲ ਤਾਂ ਕੰਪਲੇਂਟ ਨੰਬਰ ਬਦਲ ਕੇ ਆ ਗਈ, ਤੂੰ ਸਾਬਤ ਕਰ। ਮੈਂ ਫਿਰ ਕਿਹਾ ਵੀ ਘਰ ਮੇਰਾ 100 ਮੀਟਰ ਸੀ, ਤੁਹਾਡੇ ਵਰਗਾ ਕਿ ਦੋਸਤ ਮੇਰਾ ਸੀਗਾ, ਮੈਂ ਪਹਿਲੀ ਬੈਗ ਤਿਆਰ ਰੱਖਿਆ ਸੀ ਓਰੀਜਨਲ ਪੇਪਰ ਦਾ। ਮੈਨੂੰ ਪਤਾ ਸੀ ਇਹ ਗੱਲ ਹੋਏਗੀ। ਮੈਨੂੰ ਕਿਹਾ, ਜਦੋਂ ਮੈਂ ਐਸਪੀ ਨੂੰ ਕਿਹਾ ਜੀ ਮੈਨੂੰ 3 ਮਿੰਟ ਦਿਓ, ਕਹਿੰਦਾ 3 ਨਹੀਂ 10 ਦਿੱਤੇ। ਮੈਂ ਨਹੀਂ 3 ਮਿੰਟ ਹੀ ਚਾਹੀਦੇ ਆ। ਮੈਂ ਦੋਸਤ ਨੂੰ ਕਿਹਾ 3 ਮਿੰਟ 'ਚ ਭੱਜ ਕੇ ਬੈਗ ਚੱਕ ਕੇ ਲੈ ਕੇ ਆਣਾ, ਰੁਕਣਾ ਨਹੀਂ ਕਿਧਰੇ ਵੀ। ਉਹ 3 ਮਿੰਟ 'ਚ ਬੈਗ ਲੈ ਕੇ ਆਇਆ। ਮੈਂ ਐਸਪੀ ਦੇ ਦਫ਼ਤਰ ਦੇ ਵਿੱਚ ਉਹਦੇ ਟੇਬਲ ਤੇ ਸਾਰੇ ਪੇਪਰ ਦੱਸਦੇ ਵੀ ਆਹ ਓਰੀਜਨਲ ਨਕਸ਼ਾ ਚੱਕੋ, ਆਹ ਖਰੜ ਨਗਰ ਕੌਂਸਲ ਦਾ ਲੈਟਰ ਨੰਬਰ ਐਨ ਚੱਕੋ, ਆਹ ਡਿਪਟੀ ਡਾਇਰੈਕਟਰ ਲੋਕਲ ਗਵਰਨਮੈਂਟ ਦਾ ਲੈਟਰ ਐਨ ਚੱਕੋ, ਆਹ ਪੁੱਡਾ ਦੀ ਚਿੱਠੀ ਚੱਕੋ, ਗਮਾਡਾ ਦੀ ਚਿੱਠੀ ਚੱਕੋ, ਆਹ ਜੋ ਵੀ ਕਹਿਣਾ ਸੀ ਦੱਸਤਾ, ਆਹ ਬਿਲਡਰ ਦਾ ਨਕਸ਼ਾ ਚੱਕੋ। ਮੈਂ ਕਿਹਾ ਦੱਸ ਹੁਣ ਬਿਲਡਰ ਕਿੱਥੇ ਨਿਰਦੋਸ਼ ਹੈ? ਉਹ ਨਿਰੁੱਤਰ ਹੋ ਗਿਆ। ਫਿਰ ਹੱਥ ਜੋੜ ਕੇ ਖੜਾ ਹੋ ਗਿਆ, ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ, ਮੈਂ ਠੀਕ ਕੰਮ ਕਰਾਂਗਾ। ਫਿਰ ਉਹਨੇ ਬਾਕਾਇਦਾ ਕੀ ਕਿਹਾ, ਕਹਿੰਦਾ ਚੱਲ ਠੀਕ ਹੈ, ਫਿਰ ਕੱਲ੍ਹ ਨੂੰ ਨਾ ਤੂੰ ਨੋਟਰੀ ਕੋਲ ਟੈਸਟ ਕਰਾ ਲਿਆਈ ਹੱਥ ਜੋੜਨ ਤੋਂ ਪਹਿਲੇ। ਮੈਂ ਕਿਹਾ 25 ਦੀ ਵਕੀਲ ਖੜੇ ਹਾਂ ਜੀ, ਨੋਟਰੀ ਬਹੁਤ ਸਾਰੇ, ਦੱਸੋ ਕਿੱਥੇ ਸਟੈਂਪ ਲਾਣੀ ਹੈ? ਫਿਰ ਉਹ ਨਿਰੁੱਤਰ ਹੋ ਗਿਆ, ਫਿਰ ਤਾਂ ਹੱਥ ਜੋੜ ਕੇ ਖੜਾ ਹੋ ਗਿਆ ਸੀ। ਫਿਰ ਉਹਨੇ ਮੇਰੇ ਹੱਕ 'ਚ ਪੂਰੀ ਰਿਪੋਰਟ ਬਣਾਈ, ਠੀਕ ਹੈ, ਕਿਉਂਕਿ ਉਹਦਾ ਦਬਾਅ ਸੀਗਾ ਇੱਧਰੋਂ। ਠੀਕ ਹੈ, ਉਹਨਾਂ ਮੈਨੂੰ ਡਰਾਉਣ ਦੀ ਵੀ, ਕੋਈ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹਨੇ ਸਹੀ ਕੰਮ ਕਰਤਾ। ਸਹੀ ਕੰਮ ਕਰਨ ਤੋਂ ਬਾਅਦ ਸਰਕਾਰ ਫਿਰ ਫਸ ਗਈ। ਉਹਨੇ ਤਾਂ ਆਪਣੇ ਕੋਲੋਂ ਲਾਤਾ ਮਾ, ਤਾਂ ਡੀਏ ਲੀਗਲ ਨੇ ਆਬਜੈਕਸ਼ਨ ਲਾਤਾ, ਪਰਚਾ ਫੇਰ ਦਰਜ ਨਹੀਂ ਹੋਇਆ। ਦੂਜੀ ਵਾਰੀ, ਤੀਜੀ ਵਾਰੀ, ਫਿਰ ਜਦੋਂ ਮੈਂ ਹਾਈ ਕੋਰਟ ਚਲਾ ਗਿਆ, ਇੱਧਰੋਂ ਪਾਰਲੀਮੈਂਟ ਦਾ ਦਬਾਅ ਪੈ ਗਿਆ। ਫਿਰ ਆਸ਼ੀਸ਼ ਕਪੂਰ ਅੱਜ ਕੱਲ੍ਹ AIG ਜਾਂ IG ਵਿਜੀਲੈਂਸ ਦੇ ਵਿੱਚ ਹੈ, ਉਹਨਾਂ ਨੂੰ ਫਿਰ ਇਨਵੈਸਟੀਗੇਸ਼ਨ ਕਰਨੀ ਪਈ। ਤਾਂ ਉਹਨਾਂ ਦਿਨਾਂ ਦੇ ਦਰਮਿਆਨ ਕੀ ਕੀਤਾ, ਫਿਰ ਸਰਕਾਰ ਨੇ ਇੱਕ ਠੱਗੀ, ਨਗਰ ਕੌਂਸਲ ਖਰੜ ਦੇ ਅਫਸਰਾਂ ਨੇ ਠੱਗੀ, ਲੋਕਲ ਗਵਰਨਮੈਂਟ ਦੇ ਅਫਸਰਾਂ ਨੇ ਠੱਗੀ ਮਾਰੀ, ਝੂਠ ਬੋਲਿਆ। ਹੋਰ ਕਿ ਜਿਹੜੇ ਨਕਸ਼ੇ, ਜਿਹੜੇ ਡਾਕੂਮੈਂਟ ਬਿਲਡਰ ਨੂੰ ਦੋਸ਼ੀ ਸਾਬਤ ਕਰਦੇ ਸੀ, ਤਾਂ ਨਗਰ ਕੌਂਸਲ ਖਰੜ ਦੇ ਅਧਿਕਾਰੀਆਂ ਨੇ ਪੁਲਿਸ ਕੋਲ ਇੱਕ ਹੋਰ ਜਾਲੀ ਨਕਸ਼ਾ ਪੇਸ਼ ਕਰਤਾ ਸਰਕਾਰੀ ਰਿਕਾਰਡ ਦਾ ਹੇਰਾਫੇਰੀ ਕਰਕੇ। ਉਹਦੇ ਵਿੱਚ ਜਿੱਥੇ ਟਾਵਰ ਨੰਬਰ 9 'ਚ ਗਰੀਬਾਂ ਦਾ ਰਿਜ਼ਰਵ ਫਲੈਟ ਸੀਗਾ, ਉਹ ਕਿਸੇ ਹੋਰ ਫਲੈਟਾਂ 'ਚ ਦਿਖਾ ਕੇ ਰਿਪੋਰਟ ਪੇਸ਼ ਕਰ ਦਿੱਤੀ ਕਿ ਬਿਲਡਰ ਦਾ ਹੀ ਨਕਸ਼ਾ ਬਦਲਤਾ, ਹੁਣ ਬਿਲਡਰ ਦੋਸ਼ੀ ਹੈ ਨਹੀਂ। ਪਰ ਕਿਉਂਕਿ ਮੈਂ RTI 'ਚ ਡਾਕੂਮੈਂਟ ਲਏ ਹੋਏ ਸੀ, ਪੁਲਿਸ ਨੇ ਵੀ ਆਪਣਾ ਲੈਟਰ ਭੇਜ ਕੇ ਡਾਕੂਮੈਂਟ ਲਏ ਹੋਏ ਸੀ, ਮੈਂ ਲਗਾਤਾਰ ਇਹ ਪੇਪਰ ਹਾਈ ਕੋਰਟ ਤੇ ਪਾਰਲੀਮੈਂਟ ਚਲਾ ਰਿਹਾ ਸੀਗਾ। ਫਿਰ ਆਸ਼ੀਸ਼ ਕਪੂਰ ਨੇ ਇੱਕ ਪੈਰਾ ਸਪੈਸ਼ਲ ਲਿਖਿਆ ਇਸ ਮਾਮਲੇ 'ਚ ਕਿ ਬਿਲਡਰ ਨੇ ਜੁਰਮ ਕਰਨ ਤੋਂ ਬਾਅਦ ਸਰਕਾਰੀ ਅਧਿਕਾਰੀ ਨਾਲ ਮਿਲ ਕੇ ਨਵਾਂ ਨਕਸ਼ਾ ਬਣਾਇਆ। ਇਹਦਾ ਮਤਲਬ ਸਰਕਾਰੀ ਅਧਿਕਾਰੀ ਨਾਲ ਨਵਾਂ ਨਕਸ਼ਾ ਬਣਿਆ ਤੇ ਬਿਲਡਰ ਨੇ ਗਰੀਬਾਂ ਦਾ ਮਕਾਨ ਮੈਨੂੰ ਵੇਚ ਕੇ ਤੇ ਸਰਕਾਰ ਦੇ ਨਾਲ ਤੇ ਮੇਰੇ ਨਾਲ ਤੇ ਗਰੀਬਾਂ ਨਾਲ ਠੱਗੀ ਮਾਰੀ। ਅਫਸਰਾਂ ਤੇ ਸਰਕਾਰੀਆਂ ਤੇ ਬਿਲਡਰਾਂ ਤੇ ਠੱਗੀ ਦੀਆਂ ਸਾਰੀਆਂ ਧਾਰਾਵਾਂ ਲੱਗਦੀਆਂ। ਪਰ ਫਿਰ ਸਰਕਾਰ ਦਬਾਅ ਸੀਗਾ, ਇੱਧਰ ਹਾਈ ਕੋਰਟ ਸੀਗਾ, ਇੱਧਰ ਪਾਰਲੀਮੈਂਟ ਸੀ, ਸਰਕਾਰ ਨੇ ਫਿਰ ਸਾਰੀ ਗੱਲ ਤਾਂ ਲਿਖ ਦਿੱਤੀ ਵਿੱਚ, ਪਰ ਕਾਨੂੰਨ ਦੇ ਮੁਤਾਬਕ ਧਾਰਾ ਨਹੀਂ ਲਾਈ ਠੱਗੀ ਦੀਆਂ। ਕਿਉਂ ਨਹੀਂ ਲਾਈ? ਤਾਂ ਕਿ ਬਿਲਡਰ ਨੂੰ ਜੇਲ੍ਹ ਨਾ ਜਾਣਾ ਪੈ ਜੇ, ਇਮੀਡੀਏਟ 5 ਮਿੰਟ 'ਚ SHO ਜ਼ਮਾਨਤ ਲੈ ਲੇ।
ਧਾਰਾ ਲਗਾਈ ਪਾਪਰ ਐਕਟ, ਪੰਜਾਬ ਅਪਾਰਟਮੈਂਟਸ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ, ਜਿਹੜੀ ਐਕਟ ਜਿਹੜੀ ਉਹ ਹੈ ਵੀ ਕੰਧ ਟੇਢੀ ਕਰਦੀ ਕਿ ਵੀ ਸਿੱਧੀ ਕਰਤੀ, ਉਹ ਹਾਂ ਉਹ ਅਵੇਲੇਬਲ ਆ, ਵੇਲ ਦਵਾ ਦਿੱਤੀ। ਇਹ ਪਰਚਾ ਦਰਜ ਹੋਇਆ FIR ਨੰਬਰ 215/15 ਥਾਣਾ ਸਿਟੀ ਖਰੜ। ਉਦੋਂ ਤੋਂ ਲੈ ਕੇ ਅੱਜ ਤੱਕ ਚਲਾਨ ਪੇਸ਼ ਨਹੀਂ ਕੀਤਾ ਹਾਈ ਕੋਰਟ 'ਚ। ਜੇ ਚਲਾਨ ਪੇਸ਼ ਕਰੇਗੀ ਪੁਲਿਸ ਤਾਂ ਹਾਈ ਕੋਰਟ 'ਚ ਕੋਈ ਵਕੀਲ ਵੀ ਪੁੱਛੇਗਾ ਵੀ ਧਾਰਾ ਕਿਉਂ ਨਹੀਂ ਲਾਈ ਸਹੀ, ਆ ਨਗਰ ਕੌਂਸਲ ਦਾ EO ਕਿੱਥੇ ਗਿਆ। ਤੇ ਅੱਜ ਤੱਕ ਪੰਜਾਬ ਪੁਲਿਸ ਨੇ ਕਿੰਨੀ ਮਿਹਨਤ ਕਰਨ ਤੋਂ ਬਾਅਦ ਵੀ, ਕਿੰਨੀਆਂ ਹਜ਼ਾਰਾਂ ਚਿੱਠੀਆਂ ਕਰਨ ਤੋਂ ਬਾਅਦ ਵੀ, ਸਰਕਾਰਾਂ ਬਦਲਣ ਤੋਂ ਬਾਅਦ ਵੀ ਚਲਾਨ ਪੇਸ਼ ਨਹੀਂ ਹੋਇਆ। ਇਹ ਤਾਂ ਹੋ ਗਈ ਚਲਾਨ ਦੀ ਗੱਲ। ਮੈਂ ਅੱਜ ਵੀ ਹੁਣ ਹਾਈ ਕੋਰਟ ਇੱਕ ਨਵਾਂ ਕੇਸ ਪਾਇਆ ਕਿ ਵੀ ਪੁਲਿਸ ਤੋਂ ਚਲਾਨ ਹੀ ਪੇਸ਼ ਕਰਾ ਦਿਓ, ਹੁਣ ਤਾਂ ਸਰਕਾਰ ਬਦਲ ਗਈ ਹੈ। ਇਹ ਨਵਾਂ ਕੇਸ ਹੈ। ਉਹੀ ਸਵਾਲ ਮੇਰਾ ਵੀ ਸੀ। ਹੁਣ ਤਾਂ ਆਮ ਆਦਮੀ ਪਾਰਟੀ ਆ ਗਈ, ਡਾਕਟਰ ਧਰਮਵੀਰ ਗਾਂਧੀ ਤੁਹਾਡੇ ਦੋਸਤ ਸੀ, ਤੁਸੀਂ ਕਿਹਾ ਆਮ ਆਦਮੀ ਪਾਰਟੀ ਸੀ, ਚਲੋ ਹਲੇ ਹੁਣ ਉਹ ਨਹੀਂ ਰਹੇ, ਪਰ ਫਿਰ ਵੀ ਆਮ ਆਦਮੀ ਪਾਰਟੀ ਤੋਂ ਵੱਡੀਆਂ ਆਸਾਂ ਨੇ ਲੋਕਾਂ ਨੂੰ ਵੀ ਇਨਕਲਾਬ ਕੀਤਾ, ਸ਼ਾਇਦ ਇਹਨਾਂ ਨੇ ਲੋਕਾਂ ਨੇ ਇਨਕਲਾਬ ਸਮਝਿਆ ਜੀ ਤੇ ਲੈ ਕੇ ਆਂਦੇ ਆ ਕਿ ਅੱਜ ਵੀ ਸਰਕਾਰ ਦਾ ਪ੍ਰਸ਼ਾਸਨ ਦਾ ਰਵੱਈਆ ਉਹੀ ਹੈ। ਦੇਖੋ, ਜਿਹੜਾ ਮੈਂ ਹਾਈ ਕੋਰਟ ਕੇਸ ਪਾਇਆ ਸਰਕਾਰ ਆਉਣ ਤੋਂ ਪਹਿਲੇ ਪਾਇਆ, ਹੁਣ ਹਾਈ ਕੋਰਟ ਦੀ ਦੂਜੀ ਤਰੀਕ ਹੈ ਤੇ ਚਲਾਨ ਤਾਂ ਪੇਸ਼ ਕਰਨਾ ਹੀ ਪੈਣਾ ਪੁਲਿਸ ਨੂੰ। ਮੈਂ ਨਹੀਂ ਕਹਿੰਦਾ ਵੀ ਸਰਕਾਰ ਬਦਲਣ ਤੋਂ ਪਿਆ ਜਾਂ ਹਾਈ ਕੋਰਟ ਦਾ ਦਬਾਅ ਵੀ ਹੈਗਾ, ਸਰਕਾਰ ਦਾ ਵੀ ਹੈਗਾ, ਚਲਾਨ ਤਾਂ ਪੇਸ਼ ਕਰਨਾ ਹੀ ਪੈਣਾ। ਉਹ ਠੀਕ ਹੈ, ਅੱਗੇ ਡੇਟ ਪੈ ਗਈ ਹੈ, ਇਹ 'ਚ ਮੈਂ ਦੋਸ਼ ਨਹੀਂ ਮੰਨਦਾ ਸਰਕਾਰ ਦਾ, ਕਿਉਂਕਿ ਹਾਲੇ ਤਾਂ ਉਹਨੂੰ ਕੰਮ ਕਰਨ ਦਾ ਸਮਾਂ ਨਹੀਂ ਮਿਲਿਆ, ਅਫਸਰ ਹੁਣ ਬਦਲੇ ਆ ਤੇ ਹੋ ਸਕਦਾ ਪਰਚਾ ਦਰਜ ਹੋ ਜਾਏ। ਪਰ ਇਹ ਇਕੱਲੀ ਗੱਲ ਸਰਕਾਰ ਨੂੰ ਬਚਾਉਣ ਦੀ ਨਹੀਂ, ਅੱਗੇ ਹੋਰ ਕੀ ਹੋਇਆ ਇਸ ਕੇਸ 'ਚ। ਜਦੋਂ ਮੈਂ ਮਾਮਲਾ ਚੱਕਣਾ ਸ਼ੁਰੂ ਕੀਤਾ, ਪਾਲਿਸੀ 'ਚ ਲਿਖਿਆ ਸੀ ਕਿ ਬਿਲਡਰਾਂ ਨੂੰ ਘਰ ਬਣਾ ਕੇ ਸਰਕਾਰ ਬਿਲਡਰ ਦੇਣਗੇ ਲੋਕਾਂ ਨੂੰ ਘਰ ਬਣਾ ਕੇ। ਮੈਂ ਮਾਮਲਾ ਹਾਈਲਾਈਟ ਕਰਦਾ ਰਿਹਾ ਮੀਡੀਆ 'ਚ, ਤਾਂ 31 ਦਸੰਬਰ 2013 ਨੂੰ ਪੰਜਾਬ ਸਰਕਾਰ ਨੇ ਨਵੀਂ ਪਾਲਿਸੀ ਬਣਾ ਲਈ, ਜਾਂ ਮੈਂ ਕਹਿ ਸਕਦਾ ਮੇਰੇ ਤੋਂ ਡਰ ਕੇ ਪਾਲਿਸੀ ਬਣਾ ਲਈ, ਜਾਂ ਮੈਂ ਕਹਿ ਸਕਦਾ ਆਪਣਾ ਵੋਟ ਬੈਂਕ ਬਚਾਉਣ ਵਾਸਤੇ ਪਾਲਿਸੀ ਬਣਾ ਲਈ। ਪਾਲਿਸੀ ਫਿਰ ਬਣਾਈ, ਉਹ 'ਚ ਲਿਖਿਆ ਇੱਕ ਲਾਈਨ ਸਪੈਸ਼ਲੀ ਪਾਲਿਸੀ 'ਚ, ਜਿਹੜੀ 1 ਜਨਵਰੀ 2014 ਨੂੰ ਆਈ ਹੈ, ਉਹ 'ਚ ਲਿਖਿਆ ਕਿ ਅਸੀਂ ਪੁਰਾਣੀ ਪਾਲਿਸੀ ਮੁਤਾਬਕ ਗਰੀਬਾਂ ਨੂੰ ਘਰ ਦੇਣ 'ਚ ਪੰਜਾਬ ਸਰਕਾਰ ਫੇਲ ਹੋ ਗਈ ਹੈ, ਮੰਨਿਆ। ਤੇ ਹੁਣ ਪੰਜਾਬ ਸਰਕਾਰ ਕੀ ਕਰੇਗੀ, ਬਿਲਡਰਾਂ ਕੋਲੋਂ ਰਿਜ਼ਰਵ ਜ਼ਮੀਨ ਵਾਪਸ ਲੈ ਲੇਗੀ, ਪਲੱਸ ਡਿਵੈਲਪਮੈਂਟ ਚਾਰਜਿਸ ਲੈ ਲੇਗੀ। ਹੁਣ ਸਰਕਾਰ ਘਰ ਬਣਾ ਕੇ ਦੇਗੀ। ਇਹ ਦੂਜੀ ਪਾਲਿਸੀ ਹੋ ਗਈ। ਆਪਾਂ ਫਿਰ ਲੜਦੇ ਰਹੇ। ਫਿਰ ਮੈਂ ਕਿਹਾ ਵੀ ਲਿਆਓ ਜੀ, ਹਾਈ ਕੋਰਟ ਕੇਸ ਪਾਤਾ ਮੈਂ, ਰੌਲਾ ਪਾਉਂਦਾ ਰਿਹਾ ਮੀਡੀਆ 'ਚ, ਕਿਉਂਕਿ 2016 'ਚ ਵੋਟਾਂ ਸੀਗੀਆਂ ਕਿ ਸਰਕਾਰ ਜੀ ਪਾਲਿਸੀ ਦਾ ਤੁਸੀਂ ਬਦਲ ਲਈ ਹੈ, ਆਹ 700 ਕਿੱਲੇ ਜ਼ਮੀਨ ਲਿਆਓ ਕਿੱਥੇ ਆ। ਹੁਣ ਤੁਹਾਡੇ ਕੋਲ ਪੈਸੇ ਵੀ ਆ ਗਏ, ਬਿਲਡਰਾਂ ਤੋਂ ਜ਼ਮੀਨ ਵੀ ਆ ਗਈ, ਘਰ ਤਾਂ ਹੁਣ ਤੁਸੀਂ ਦੇਣੇ, ਲਿਆਓ ਘਰ ਕਿੱਥੇ ਆ। ਬਾਦਲ ਸਾਹਿਬ ਠੱਗੀ ਮਾਰ ਕੇ, ਬਾਦਲ ਸਾਹਿਬ ਠੱਗੀ ਮਾਰ ਕੇ ਮੀਡੀਆ 'ਚ ਰੌਲਾ ਪਾਉਂਦੇ ਰਿਹਾ। ਵੋਟਾਂ ਆ ਗਈਆਂ ਨੇੜੇ, ਬਾਦਲ ਸਾਹਿਬ ਦੇ ਪ੍ਰੈਸ਼ਰ ਬਣ ਗਿਆ, ਫਿਰ ਆ ਗਈ ਹੁਣ ਘਰ ਕਿੰਨੇ ਦਾ। ਤਾਂ ਬਾਦਲ ਸਰਕਾਰ ਨੇ ਪ੍ਰਾਈਵੇਟ ਬਿਲਡਰਾਂ ਨੂੰ ਲਾਭ ਪਹੁੰਚਾਉਣ ਨਾਲ ਲਈ ਤੇ ਨਗਰ ਕੌਂਸਲਾਂ ਦੇ ਬਿਲਡਰਾਂ ਨੂੰ ਬਚਾਉਣ ਵਾਸਤੇ ਤੇ ਨਾਲ ਵੋਟ ਬੈਂਕ ਲੁੱਟਣ ਵਾਸਤੇ ਉਸ ਪਾਲਿਸੀ ਅਧੀਨ ਅਖਬਾਰਾਂ 'ਚ ਇਸ਼ਤਿਹਾਰ ਦੇਣ ਤੋਂ ਪਹਿਲਾਂ ਮੇਰੇ ਕੋਲ ਬੰਦੇ ਭੇਜੇ ਪੈਸੇ ਦੇ ਕੇ, ਆਫਰ ਲੈ ਕੇ ਮੇਰੇ ਕੋਲ ਭੇਜੇ, ਡਾਕਟਰ ਗਾਂਧੀ ਕੋਲ ਭੇਜੇ, ਸਾਡੇ ਵਕੀਲਾਂ ਕੋਲ ਭੇਜੇ। ਕਿੰਨੀ ਸੀ ਉਹ, ਮੈਂ ਹਵਾ ਜੋ ਮਰਜ਼ੀ ਬੋਲਦਾ, ਪਰ ਕਹਿਣ ਵਾਲੇ ਕਹਿੰਦੇ ਵੀ 100 ਕਰੋੜ ਦੇ ਆਫਰ ਸੀ। ਸਾਡੇ ਤਿੰਨੋਂ ਬੰਦੇ ਪੈਸੇ ਲੈਣ ਵਾਲੇ ਹੈ ਨਹੀਂ ਸੀ, ਇਸ ਕਰਕੇ ਫਿਰ ਉਹ ਜ਼ਮੀਨ ਦੀ ਰਜਿਸਟਰੀ ਗਮਾਡਾ ਪੁੱਡਾ ਦੇ ਨਾਮ ਹੋਈ ਤੇ ਉਹਦੀ RTI ਮੈਨੂੰ ਮਿਲੀ। ਇੱਕੋ ਘੰਟੇ ਜਦੋਂ ਜ਼ਮੀਨ ਹੋਈ ਹੈ 219 ਕਿੱਲੇ ਦੀ RTI ਤਾਂ ਮੈਨੂੰ ਮਿਲ ਗਈ। ਬਾਕੀ ਮੈਂ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਚਲੋ ਆਂਦੀ ਰਹੇਗੀ 700 ਕਿੱਲੇ ਪੈਸੇ ਉਹ। ਪਰ ਜਦੋਂ ਅਸੀਂ ਪੈਸੇ ਨਹੀਂ ਲਏ, ਸਰਕਾਰ ਨੇ ਵੋਟ ਬੈਂਕ ਵੀ ਖਰਾਬ ਹੁੰਦਾ ਸੀਗਾ, ਤਾਂ ਸਰਕਾਰ ਨੇ ਫਿਰ ਪੂਰੇ ਪੇਜ ਦੇ ਇਸ਼ਤਿਹਾਰ ਦਿੱਤੇ। ਉਹ ਇਸ਼ਤਿਹਾਰ ਅੱਜ ਵੀ ਮੇਰੇ ਕੋਲ ਹੈ, ਤੁਹਾਨੂੰ ਮੈਂ ਭੇਜ ਵੀ ਦੇਵਾਂਗਾ, ਸਟੋਰੀ ਚਲਾ ਲਿਓ। ਉਹਨਾਂ ਇਸ਼ਤਿਹਾਰਾਂ 'ਚ ਲਿਖਿਆ ਕਿ ਪੰਜਾਬ ਦੇ ਗਰੀਬਾਂ ਨੂੰ, ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਅਸੀਂ 5 ਲੱਖ ਰੁਪਏ ਦਾ ਘਰ ਦੇ ਰਹੇ ਹਾਂ। 2016 'ਚ ਮਤਲਬ 5 ਲੱਖ ਦਾ ਘਰ ਦੇ ਰਹੇ ਹਾਂ। ਕਿਹਨਾਂ ਨੂੰ ਦੇ ਰਹੇ ਹਾਂ? ਜਿਹਨਾਂ ਕੋਲ ਆਪਣਾ ਘਰ ਹੈ ਨਹੀਂ, ਜਿਹਦੀ ਇਨਕਮ ਵੀ ਲਿਖਤਾ ਵੀ ਕਿੰਨੀ ਕੁ ਇਨਕਮ ਹੈ, ਉਹ 25-30 ਹਜ਼ਾਰ ਰੁਪਏ ਸੀ ਮੇਰੇ ਖਿਆਲ। ਕਿਹੜੇ ਲੋਕਾਂ ਨੂੰ ਦੇ ਰਹੇ ਹਾਂ ਉਹ ਵੀ ਲਿਖਤਾ। ਇੱਕ ਹੋਰ ਸਕੀਮ ਘੜ ਲਈ ਕਿ ਨਗਰ ਕੌਂਸਲ ਦੇ ਬਿਲਡਰਾਂ ਨੂੰ ਬਚਾਉਣਾ। ਇਸ ਕਰਕੇ ਨਗਰ ਕੌਂਸਲ ਵਾਲੇ ਜਿਹੜੇ ਖਰੜ ਵਾਲੇ ਲੋਕ ਬੇਘਰੇ ਆ, ਉਹ ਮੋਹਾਲੀ 'ਚ ਅਪਲਾਈ ਕਰ ਦਿਓ। ਡੇਰਾਬੱਸੀ ਤੇ ਜੀਰਕਪੁਰ ਵਾਲੇ ਮੋਹਾਲੀ 'ਚ ਅਪਲਾਈ ਕਰ ਦਿਓ। ਜਿਹੜੇ ਗਮਾਡਾ, ਜਿਹੜੇ ਲੁਧਿਆਣੇ ਦੇ ਨੇੜੇ ਤੇਰੇ, ਬਠਿੰਡਾ ਦੇ ਨੇੜੇ ਤੇਰੇ ਨਗਰ ਕੌਂਸਲਾਂ, ਉਹ ਵੀ ਲੁਧਿਆਣੇ ਜਾਂ ਬਠਿੰਡੇ 'ਚ ਕਰ ਦਿਓ, ਕਿਉਂਕਿ ਉਹਨਾਂ ਬਿਲਡਰਾਂ ਕੋਲ ਤਾਂ ਜ਼ਮੀਨ ਹੀ ਹੈ ਨਹੀਂ, ਉਹ ਵੇਚ ਚੁੱਕੇ ਆ। ਉਹਨਾਂ ਨੂੰ ਬਚਾਉਣਾ ਸਰਕਾਰ ਨੇ। ਉਹ ਪਾਲਿਸੀ ਬਣਾ, ਜਿਹੜੇ ਇਸ਼ਤਿਹਾਰ ਦੇ ਕੇ ਐਪਲੀਕੇਸ਼ਨਾਂ ਮੰਗ ਲਈਆਂ। ਤੇ ਮੇਰੀ ਯਾਦ ਹੈ 16 ਦੇ ਵਿੱਚ ਜਦੋਂ ਡਰਾ ਕੱਢਿਆ ਗਮਾਡਾ ਨੇ, ਡਰਾ ਕੱਢਣ ਵਾਸਤੇ ਕੋਈ ਲੋਕ ਫਿਰ ਮੇਰੇ ਤੋਂ ਉਮੀਦਾਂ ਰੱਖਦੇ ਸੀ। ਮੈਂ ਆਪਣੀ ਜੇਬ ਖਾਲੀ ਗਿਆ ਸੀ, ਮੈਨੂੰ ਪਤਾ ਸੀ ਅੱਜ ਮੁੜ ਕੇ ਨਹੀਂ ਮੈਂ ਆਉਣਾ, ਜੇਲ੍ਹ ਜਾਵਾਂਗੇ ਜਾਂ ਲੱਤਾਂ ਵਾਹਾਂ ਤੋੜੇਗੀ ਪੁਲਿਸ। ਤੇ ਗਮਾਡਾ ਨੇ ਡਰਾ ਕੱਢਿਆ। ਡਰਾ ਵਾਸਤੇ ਮੈਂ ਚਲਾ ਗਿਆ ਕਿਉਂਕਿ ਕਾਹਲੀ 'ਚ ਕਰ ਰਹੀ ਸੀ ਸਰਕਾਰ ਸਾਰਾ ਕੁਝ। ਮੈਂ ਕਿਹਾ ਵੀ ਜਿਹੜੇ ਲੋਕਾਂ ਦੀ ਹਜ਼ਾਰਾਂ ਐਪਲੀਕੇਸ਼ਨਾਂ, ਤੁਸੀਂ ਆਬਜੈਕਸ਼ਨ ਜਿਹੜੇ ਕਲੀਅਰ ਕਰਨ ਵਾਸਤੇ ਸਮਾਂ ਨਹੀਂ ਦਿੱਤਾ, ਉਹ ਐਲੀਜੀਬਿਲਟੀ ਉਹਦੀ ਬਣਦੀ ਹੈ, ਤੁਸੀਂ ਉਹਦਾ ਆਬਜੈਕਸ਼ਨ ਕਲੀਅਰ ਕਰਨ ਦਾ ਟਾਈਮ ਨਹੀਂ ਦਿੱਤਾ, ਵੀ ਡਰਾ ਤੁਸੀਂ ਗਲਤ ਕੱਢ ਰਹੇ ਹੋ। ਦੂਜਾ ਅਕਾਲੀ ਦਲ ਨੇ ਆਪਣੇ ਬੰਦੇ ਪਾ ਲਏ। ਉਹ ਪਹਿਲਾਂ ਮੈਂ ਸਧਾਰਨ ਤਰੀਕੇ ਨਾਲ ਘੁੰਮਦਾ ਫਿਰਦਾ ਰਿਹਾ, ਫਿਰ ਚਲੋ ਲੋਕਾਂ ਨਾਲ ਗੱਲਬਾਤ ਕਰਕੇ 1:30 ਵਜੇ ਦਾ ਡਰਾ ਦਾ ਟਾਈਮ ਸੀਗਾ, ਉਹ ਰੁਕਵਾਇਆ ਅਸੀਂ। ਤੇ ਉਦੋਂ ਫਿਰ ਮੈਂ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਫੋਨ ਕੀਤਾ। ਜਿਹੜਾ ਬਲਵੀਰ ਸਿੰਘ ਸਿੱਧੂ ਸਾਬਕਾ ਸਿਹਤ ਮੰਤਰੀ ਆ, ਉਦੋਂ MLA ਹੁੰਦਾ ਸੀ। ਪ੍ਰੇਮ ਸਿੰਘ ਚੰਦੂਮਾਜਰਾ ਉਦੋਂ ਮੈਂਬਰ ਪਾਰਲੀਮੈਂਟ ਹੁੰਦਾ ਸੀ। ਆਮ ਆਦਮੀ ਪਾਰਟੀ ਦੇ ਇੱਕ ਨੇਤਾ ਸੀਗਾ, ਮੈਂ ਨਾਮ ਭੁੱਲ ਗਿਆ, ਇੱਥੋਂ MP ਲੜੇ ਸੀ, ਐਡਵੋਕੇਟ ਸੀਗੇ। ਤੇ ਉਹ ਆ ਗਏ ਸਾਰੇ।
ਕੁਲਵੰਤ ਸਿੰਘ ਨਹੀਂ ਐਡਵੋਕੇਟ ਕੋਈ ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਐਮਪੀ ਇਲੈਕਸ਼ਨ ਲੜੇ ਸੀ ਇੱਥੋਂ ਆਨੰਦਪੁਰ ਸਾਹਿਬ ਸੀਟ ਤੋਂ ਆਮ ਆਦਮੀ ਪਾਰਟੀ ਦੇ। ਉਹ ਵੀ ਆ ਗਏ, ਗੇੜਾ ਗੂੜਾ ਮਾਰਦੇ ਰਹੇ, ਪਰ ਉਹ ਹਜ਼ਾਰਾਂ ਦੀ ਗਿਣਤੀ ਜਦੋਂ ਇਕੱਠ ਹੋ ਗਿਆ ਤਾਂ ਉਹ ਡਰਾ ਸੀ ਰਕਵਾਇਆ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ, ਮੈਂ ਕਹਿੰਦਾ ਪੂਰੇ ਇੰਡੀਆ 'ਚ ਪਹਿਲੀ ਵਾਰੀ ਹੋਣਾ ਕਿ ਸਰਕਾਰੀ ਦਫ਼ਤਰ ਅਸੀਂ ਬੰਦ ਰੱਖੇ 5 ਵਜੇ ਤੱਕ, ਕਿਉਂਕਿ ਅਸੀਂ ਡਰਾ ਨਹੀਂ ਕੱਢਣੇ, ਤੇ ਸਾਡੇ ਨਾਲ ਪਬਲਿਕ ਸੀਗੀ, ਸਾਡੇ ਨਾਲ ਭੀੜ ਸੀਗੀ। ਬਾਦਲ ਸਰਕਾਰ ਨੇ ਕਮਾਂਡੋਜ਼ ਭੇਜ ਦਿੱਤੇ, ਬੱਸਾਂ ਭਰ ਕੇ ਕਮਾਂਡੋ ਜਾ ਕੇ ਸਾਨੂੰ ਤਿੱਤਰ ਬਿੱਤਰ ਕਰਨ ਵਾਸਤੇ। ਜਿਹੜਾ ਐਮਐਲਏ ਸੀ ਉਦੋਂ ਕਾਂਗਰਸ ਦਾ ਬਲਵੀਰ ਸਿੰਘ ਸਿੱਧੂ, ਬਾਅਦ 'ਚ ਸਿਹਤ ਮੰਤਰੀ ਬਣਿਆ, ਉਹ ਵੀ ਮੇਰੇ ਨਾਲ ਮਿੰਤਾ ਮੁੰਤਾ ਕਰਦੇ ਰਹੇ। ਪੁਲਿਸ ਨੇ ਕੁੱਟਣਾ ਬਹੁਤ ਹੈ, ਸਰਕਾਰ ਦਾ ਦਬਾਅ ਬਹੁਤ ਹੈ, ਪਰ ਮੈਂ ਆਪਣੇ ਤਰੀਕੇ ਨਾਲ ਉਹਨੂੰ ਕਹਿੰਦਾ ਰਿਹਾ ਵੀ ਤੇਰੀ ਵੋਟ ਬੈਂਕ ਖਰਾਬ ਹੋਏਗੀ, ਮੈਂ ਤਾਂ ਪੋਲੀਟੀਕਲ ਬੰਦਾ ਨਹੀਂ ਹੈ। ਫਿਰ ਅਖੀਰ ਨੂੰ ਸਾਡਾ ਅੰਦਰੂਨੀ ਸਮਝੌਤਾ ਹੋਇਆ ਕਿ 5 ਵਜੇ ਤੱਕ ਆਪਾਂ ਧਰਨਾ ਚਲਾਉਂਦੇ ਹਾਂ, 5 ਵਜੇ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ, ਫਿਰ ਡਰਾ ਹੋਏਗਾ ਨਹੀਂ। ਅਸੀਂ ਉਹ 5 ਵਜੇ ਤੱਕ ਡਰਾ ਰੋਕਿਆ। ਮੈਂ ਸੀ, ਬਲਵੀਰ ਸਿੰਘ ਸਿੱਧੂ ਸੀਗਾ ਐਮਐਲਏ, ਬਾਅਦ ਤਾਂ ਚਲੋ ਮੈਂ ਉਹਦੇ ਖਿਲਾਫ ਗਊਸ਼ਾਲਾ ਦੇ ਮਾਮਲੇ ਬੜਾ ਰੌਲਾ ਪਾਇਆ, ਤੇ ਮੈਂ ਸਮਝਿਆ ਸਾਡੀ ਜਿੱਤ ਹੈ। ਅਸੀਂ ਅੰਬ ਸਾਹਿਬ ਗੁਰਦੁਆਰੇ ਬਾਹਰ ਧਰਨਾ ਲਗਾ ਕੇ ਅਸੀਂ 5:30 ਆਪਣੇ ਆਪਣੇ ਘਰਾਂ ਨੂੰ ਗਏ। ਹੈਰਾਨੀ ਦੀ ਗੱਲ, ਰਾਤ ਨੂੰ 8 ਵਜੇ ਸਰਕਾਰੀ ਦਫ਼ਤਰ ਖੋਲ੍ਹਿਆ। ਫਿਰ ਸਾਰੇ ਅਫਸਰ ਆਏ, ਫਿਰ ਉਹ ਡਰਾ ਨਿਕਲਿਆ, ਫਿਰ ਉਹ ਰਾਤ ਦੇ 2 ਵਜੇ ਦਾ ਡਰਾ ਨਿਕਲਦਾ ਰਿਹਾ। ਇਹ ਸਕੀਮ ਅੱਗੇ ਕੀ ਘਰ ਮਿਲ ਗਏ? ਨਹੀਂ, ਸਰਕਾਰ ਦਾ ਡਰਾਮਾ ਸੀਗਾ ਕਿ 5 ਲੱਖ ਰੁਪਏ ਦਾ ਘਰ ਦੇਣਾ ਬਾਦਲ ਸਰਕਾਰ ਨੇ, ਵੋਟਾਂ ਪਾ ਦਿਓ ਇਹਨੂੰ ਫਿਰ ਸੱਤਾ ਲਿਆਓ। ਇਹ ਡਰਾਮਾ ਸੀ। ਕਿਉਂ ਡਰਾਮਾ ਸੀ? ਕਿ ਜਦੋਂ ਡਰਾ ਕੱਢਿਆ ਉਸੇ ਦਿਨ ਮੈਨੂੰ ਪਤਾ ਲੱਗ ਗਿਆ ਅੰਦਰੂਨੀ ਸੂਤਰਾਂ ਤੋਂ ਕਿ ਸਰਕਾਰ ਤਾਂ ਜ਼ਮੀਨ ਵੇਚਣ ਲੱਗੀ ਆ। ਤਾਂ ਸਰਕਾਰ ਨੇ ਫਿਰ ਇੱਕ ਤੀਜੀ ਪਾਲਿਸੀ ਬਣਾ ਲਈ ਕਿ ਗਰੀਬਾਂ ਨੂੰ ਅਸੀਂ ਘਰ ਦੇਣੇ ਆ, ਪਰ ਜਿਹੜੀ ਜ਼ਮੀਨ ਹੈ ਬਿਲਡਰਾਂ ਕੋਲੇ, ਬਿਲਡਰਾਂ ਵਾਲੀ ਸਰਕਾਰ ਕੋਲ, ਉਹ ਜ਼ਮੀਨ ਸਰਕਾਰ ਵੇਚ ਦੇਗੀ। ਉਹ ਵੇਚੇਗੀ, ਬਿਲਡਰ ਚਾਹਣ ਤਾਂ ਉਹਨੂੰ ਖਰੀਦ ਸਕਦੇ ਆ। ਫਿਰ ਨਗਰ ਕੌਂਸਲਾਂ ਦੇ ਬਿਲਡਰਾਂ ਨੂੰ ਬਚਾਉਣ ਵਾਸਤੇ ਉਹਨਾਂ ਕੋਲ ਜ਼ਮੀਨ ਹੀ ਹੈ ਨਹੀਂ, ਉਹਨਾਂ ਕੋਲ ਪੈਸੇ ਲੈ ਲਓ, ਕਰੋੜ 2 ਕਰੋੜ ਰੁਪਏ ਕਿੱਲੇ ਦਾ। ਜਿਹੜੇ ਵੱਡੇ ਵੱਡੇ ਬਿਲਡਰ ਆ 5-10 ਕਰੋੜ ਵਾਲੇ, ਉਹਨਾਂ 'ਚੋਂ 1-2 ਕਰੋੜ ਲੈ ਲਓ, ਸੰਗਤ ਦਰਸ਼ਨ ਪੈਸੇ ਵੰਡ ਦਿਓ। ਇਹ ਪਾਲਿਸੀ ਤੀਜੀ ਬਣ ਗਈ ਕਿ ਹੁਣ ਗਰੀਬਾਂ ਨੂੰ ਜਿਹੜੇ ਘਰ ਦੇਣੇ ਆ ਉਹ ਜ਼ਮੀਨ ਵੇਚ ਦਾਂਗੇ, ਸਰਕਾਰ ਦੇ ਦੇਗੀ। ਹੁਣ ਚੰਦਰਮਾ ਦੇ ਸਰਕਾਰ ਤਾਂ ਦੇਣੇ ਨਹੀਂ, ਜ਼ਮੀਨ ਤਾਂ ਵੇਚ ਗਈ। ਫਿਰ ਇਹ ਗੱਲ ਦਾ ਮੈਨੂੰ ਪਤਾ ਲੱਗਿਆ, ਆਪਾਂ ਉਦੋਂ ਹੀ ਹਾਈ ਕੋਰਟ ਕੇਸ ਪਾਤਾ ਬਾਦਲ ਸਰਕਾਰ ਦੀ। ਬੜੀ ਲੰਮੀ ਲੜਾਈ ਆ ਜੀ ਜੀ, ਤੇ ਤੁਹਾਡਾ ਤਾਂ ਕੋਈ ਹੱਡ ਬੀਤੀਆਂ ਨੇ, ਤੁਹਾਡੇ ਕੋਲ ਤਾਂ ਬਹੁਤ ਜ਼ਿਆਦਾ ਡਾਟਾ ਆ। ਅਸੀਂ ਜਾਣਨਾ ਚਾਹਾਂਗੇ ਹੁਣ ਕੀ ਸਿਚੁਏਸ਼ਨ ਹੈ ਇਸ ਕੇਸ ਦੀ। ਹੁਣ ਕੀ ਸਿਚੁਏਸ਼ਨ ਹੈ? 2016 'ਚ ਮੈਂ ਹਾਈ ਕੋਰਟ ਕੇਸ ਪਾ ਕੇ ਮੌਜੂਦਾ ਪੰਜਾਬ ਸਰਕਾਰ ਵਾਸਤੇ ਜ਼ਮੀਨ ਬਚਾ ਕੇ ਰੱਖੀ ਹੈ, ਨਹੀਂ ਤਾਂ ਬਾਦਲ ਨੇ ਵੇਚ ਜਾਣੀ ਸੀ। ਜਿਹੜੇ ਡਿਵੈਲਪਮੈਂਟ ਚਾਰਜ ਦੇ ਸਰਕਾਰੀ ਖਾਤਿਆਂ 'ਚ ਪਏ ਆ, ਉਹ ਮੇਰੇ ਕਾਰਨ ਪੰਜਾਬ ਸਰਕਾਰ ਦੇ ਖਾਤੇ 'ਚ ਪਈ ਹੈ। ਤੇ ਜੇ ਮੈਂ ਹਾਈ ਕੋਰਟ ਕੇਸ ਨਾ ਪਾਉਂਦਾ, ਸੰਘਰਸ਼ ਨਾ ਕਰਦਾ, ਜ਼ਮੀਨ ਤਾਂ ਵੇਚ ਲਈ ਸੀ। ਕੀ ਮੰਗ ਕੀ ਹੈ ਤੁਹਾਡੀ ਸਰਕਾਰ ਤੋਂ? ਕੀ ਮੰਗ? 2016 ਤੋਂ ਬਾਅਦ ਕਾਂਗਰਸ ਪਾਰਟੀ ਆਈ ਕੈਪਟਨ ਅਮਰਿੰਦਰ ਦੀ, ਫਿਰ ਚੰਨੀ ਗਵਰਨਮੈਂਟ ਆਈ, ਮੇਰੇ ਹਾਈ ਕੋਰਟ 'ਚ ਹਾਲੇ ਤੱਕ ਜਵਾਬ ਨਹੀਂ ਦਿੱਤਾ। ਹੁਣ ਏਜੀ ਪੰਜਾਬ ਜਿਹੜਾ ਮੌਜੂਦਾ ਪੰਜਾਬ ਸਰਕਾਰ ਦਾ, ਉਹ ਮੇਰੇ ਕੇਸ 'ਚ ਹਾਈ ਕੋਰਟ ਜਵਾਬ ਦੇ, ਉੱਥੇ ਜੇ ਕੇਸ ਲੜੇ, ਇਹ ਪਾਲਿਸੀ ਨੂੰ ਸਹੀ ਤਰੀਕੇ ਨਾਲ ਲਾਗੂ ਕਰੋ। ਬ੍ਰਹਮ ਸ਼ੰਕਰ ਜਿੰਪਾ ਜੀ ਮਿਨਿਸਟਰ ਹੈਗੇ, ਰੈਵਨਿਊ ਮਿਨਿਸਟਰ, ਉਹਨੇ 15 ਅਗਸਤ ਨੂੰ ਝੰਡਾ ਚੜਾਇਆ ਮੋਹਾਲੀ ਕਾਲਜ ਦੇ ਵਿੱਚ। ਉੱਥੇ ਉਹਨਾਂ ਨੇ ਅਨਾਉਂਸ ਕੀਤਾ ਕਿ ਗਰੀਬਾਂ ਲਈ 25,000 ਘਰ ਦੇਵਾਂਗੇ। ਮੈਂ ਸਮਝਦਾ ਬ੍ਰਹਮ ਸ਼ੰਕਰ ਜਿੰਪਾ ਜੀ ਤੇ ਸਰਕਾਰ ਨੂੰ ਅਫਸਰ ਗੁੰਮਰਾਹ ਕਰਦੇ ਆ। 25,000 ਕਿਉਂ, 10 ਲੱਖ ਕਿਉਂ ਨਹੀਂ? ਜ਼ਮੀਨ ਤੁਹਾਡੇ ਕੋਲ ਪਈ ਹੈ। ਸੋ ਹੁਣ ਮੇਰੀ ਮੰਗ ਇਹ ਹੈ, ਇੱਕ ਤਾਂ ਜਿਹੜੀ ਮੇਰੀ FIR ਨੰਬਰ 215/15 ਹੈ, ਜੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾਉਂਦੀ ਹੈ ਪੰਜਾਬ ਸਰਕਾਰ, ਉਹਨਾਂ ਸਾਰੇ ਨਗਰ ਕੌਂਸਲਾਂ ਦੇ ਭ੍ਰਿਸ਼ਟ ਅਫਸਰਾਂ ਖਿਲਾਫ ਕਾਨੂੰਨੀ ਬਣਦੀਆਂ ਠੱਗੀ ਦੇ ਧਾਰਾਵਾਂ ਲਗਾ ਕੇ ਤੇ ਬਿਲਡਰਾਂ ਖਿਲਾਫ ਠੱਗੀ ਧਾਰਾਵਾਂ ਲਗਾ ਕੇ ਹਾਈ ਕੋਰਟ 'ਚ ਕੇਸ ਦਾ ਜਵਾਬ ਦੇ ਤੇ ਚਲਾਨ ਪੇਸ਼ ਕਰੇ। ਇਹ ਮੇਰਾ ਇਨਸਾਫ ਹੈ। ਤਾਂ ਹੀ ਜਿਹੜੇ ਮੇਰੇ ਪੈਸੇ ਫਸੇ ਹੋਏ, ਮੇਰਾ ਘਰ ਫਸਿਆ, ਮੈਂ ਤਾਂ ਹੀ ਉਹਨਾਂ ਕੋਲ ਲੈ ਸਕਦਾ। ਜੇ ਮੈਂ ਹੁਣ ਲੈ ਲਾਂਗਾ। ਆਮ ਆਦਮੀ ਪਾਰਟੀ ਤੋਂ ਤੁਹਾਨੂੰ ਇਨਸਾਫ ਦੀ ਆਸ ਹੈ ਵੀ ਉਹ ਇਹ ਕਰਨਗੇ? ਦੇਖੋ ਇੱਦਾਂ ਜੀ, ਲੋਕੀ ਦੰਦੇ, ਲੋਕੀ ਖੋਂਦੇ, ਤਖਤ ਤਾਜ ਤੇ ਸਰਦਾਰੀ। ਨਾ ਅਸੀਂ ਬਾਦਲ ਦੀ ਪਰਵਾਹ ਕੀਤੀ, ਨਾ ਕੈਪਟਨ ਅਮਰਿੰਦਰ ਦੀ ਪਰਵਾਹ ਕੀਤੀ, ਨਾ ਚਰਨਜੀਤ ਚੰਨੀ ਦੀ ਪਰਵਾਹ ਕੀਤੀ। ਉਦੋਂ ਵੀ ਮਾਰਨ ਦੀ ਕੋਸ਼ਿਸ਼ ਕਰਦੇ ਰਹੇ, ਹੁਣ ਵੀ ਮਾਰਨ ਦੀ ਕੋਸ਼ਿਸ਼ ਕਰਦੇ। 3 ਸਰਕਾਰਾਂ ਦੇਖ ਲਈ, ਇਹ ਵੀ ਦੇਖ ਲਾਂਗੇ, ਪਰ ਹਲੇ ਮੈਨੂੰ ਇਹ ਉਹਨਾਂ ਨਾਲੋਂ ਮੈਨੂੰ ਇਹ ਲੱਗਦਾ ਜੀ, ਜਿੱਦਾਂ ਤੁਸੀਂ ਬਿਲਡਰਾਂ ਦੀ ਗੱਲ ਕਰਦੇ ਹੋ ਕਿ ਸਾਰੇ ਬਿਲਡਰਾਂ ਦੇ ਇਸ ਧੰਦੇ ਦੇ ਵਿੱਚ, ਇਸ ਘਪਲੇ ਦੇ ਵਿੱਚ ਸਾਰੇ ਬਿਲਡਰ ਸ਼ਾਮਲ ਨੇ। ਜੀ ਜੀ, ਸਾਰੇ ਸ਼ਾਮਲ ਹੈ। ਮੌਜੂਦਾ MLA ਜਿਹੜੇ ਇੱਥੋਂ ਮੋਹਾਲੀ ਤੋਂ MLA ਨੇ, ਕੁਲਵੰਤ ਸਿੰਘ ਜੀ, ਉਹਨਾਂ ਉਹ JLPL ਦੇ ਮਾਲਕ ਨੇ। ਹਾਂਜੀ, ਵੱਡੇ ਬਿਲਡਰਾਂ ਦੇ ਵਿੱਚੋਂ ਜਿੰਨੇ ਇੱਥੇ ਬਿਲਡਰ ਹੈਗੇ, ਵੱਡੇ ਬਿਲਡਰਾਂ ਚੋਂ ਇੱਕ ਨੇ ਜੀ। ਤਾਂ ਇਸ ਘਪਲੇ ਵਿੱਚ ਸ਼ਾਮਲ ਤਾਂ ਉਹ ਵੀ ਹੋਣਗੇ। ਕੀ ਕਹਿਣਾ ਚਾਹੋਗੇ? ਜੀ ਜੀ, ਪਰ ਮੈਂ ਤੇ ਨਿਰਦੋਸ਼ ਕਹਿਣਾ। ਕਿਉਂ ਨਿਰਦੋਸ਼ ਕਹਿਣਾ? ਜਦੋਂ ਮੈਂ 2015-16 'ਚ ਮੈਨੂੰ ਪੈਸੇ ਦੀ ਆਫਰ ਆਈ ਸੀ, ਮੈਂ ਤੁਹਾਨੂੰ ਕਿਹਾ ਵੀ 219 ਕਿੱਲੇ ਦੀ ਰਜਿਸਟਰੀ ਕਰਾ ਕੇ ਮੈਨੂੰ RTA ਡਾਕੂਮੈਂਟ ਮਿਲ ਗਏ, ਤਾਂ ਜਨਤਾ ਲੈਂਡ ਪ੍ਰਮੋਟਰ ਦੇ ਮੇਰੇ ਖਿਆਲ 19 ਏਕੜ ਜ਼ਮੀਨ ਉਦੋਂ ਗਮਾਡਾ ਨੂੰ ਟ੍ਰਾਂਸਫਰ ਕਰ ਦਿੱਤੀ। ਇਹਦਾ ਮਤਲਬ ਜਿਹੜੇ ਵੱਡੇ ਬਿਲਡਰ ਹੈ, ਮੈਗਾ ਪ੍ਰੋਜੈਕਟ ਤੇ ਸੁਪਰ ਮੈਗਾ ਪ੍ਰੋਜੈਕਟ ਵਾਲਿਆਂ ਦੀ ਕੋਈ ਦੋਸ਼ ਨਹੀਂ ਹੈਗਾ। ਉਹਨਾਂ ਦਾ ਬਣਦੀ ਜ਼ਮੀਨ ਸਰਕਾਰ ਨੂੰ ਦੇ ਦਿੱਤੀ, ਡਿਵੈਲਪਮੈਂਟ ਸਰਕਾਰ ਨੂੰ ਦੇ ਦਿੱਤਾ। ਉਹ ਤਾਂ ਨਿਰਦੋਸ਼ਾਂ ਨੂੰ ਤਾਂ ਦੇਤੀ ਵੀ ਜ਼ਮੀਨ ਚੱਕੋ ਆਪਣੀ ਤੇ ਪੈਸੇ ਚੱਕੋ, ਉਹਨਾਂ ਦਾ ਘਰ ਤਾਂ ਸਰਕਾਰ ਨੇ ਦੇਣੇ ਆ। ਨਗਰ ਕੌਂਸਲਾਂ ਵਾਲਿਆਂ ਨੇ ਨਹੀਂ ਦਿੱਤੀ, ਨਾ ਜ਼ਮੀਨ ਤੇ ਨਾ ਪੈਸਾ। ਤੇ ਇਸ ਕਰਕੇ ਮੈਂ ਕੁਲਵੰਤ ਸਿੰਘ ਦੀ ਮੈਂ ਖੁਦ ਸਪੋਰਟ ਕਰਦਾ ਰਿਹਾ। ਮੈਂ ਵੈਰੀਫਾਈ ਕਰਨ ਤੋਂ ਬਾਅਦ ਕੋਈ ਡਾਕੂਮੈਂਟ ਮੇਰੇ ਕੋਲੇ ਆ, ਮੈਂ ਉਹਨੂੰ ਦੋਸ਼ੀ ਨਹੀਂ ਮੰਨਦਾ, ਉਹਨੂੰ ਤਾਂ ਜ਼ਮੀਨ ਚੱਕ ਦੇ ਦਿੱਤੀ।
ਤੇ ਇਸ ਕਰਕੇ ਕੋਈ ਮੈਨੂੰ ਜ਼ਮੀਨ ਨਹੀਂ ਹੈ ਇਸ ਮਾਮਲੇ ਨਾ 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 ਜਿਹੜੇ ਮੈਗਾ ਪ੍ਰੋਜੈਕਟ ਤੇ ਸੁਪਰ ਮੈਗਾ ਪ੍ਰੋਜੈਕਟ ਦੇ 25 25 40 40 ਏਕੜ ਦੇ ਉਹ ਜੇ ਉਹਨੇ ਘਰ ਬਣਾ ਕੇ ਵੇਚ ਲਈਦਾ। TDI ਨੇ ਪਹਿਲੇ ਜਿੱਥੇ ਅੱਜ ਕੱਲ੍ਹ ਕਲੱਬ ਹਾਊਸ ਬਣਿਆ ਤਾਂ ਗਰੀਬਾਂ ਦੀ ਜ਼ਮੀਨ ਰਿਜ਼ਰਵ ਸੀਗੀ, ਉਤੇ ਉਹਨੇ ਆਪਣੇ ਨਕਸ਼ੇ ਹੇਰਾ ਫੇਰੀ ਕਰਕੇ ਬਦਲੀ ਕਰਕੇ ਉੱਥੇ ਕਲੱਬ ਹਾਊਸ ਬਣਾ ਲਿਆ। ਪਰ ਕਿਉਂਕਿ ਉਹਦੇ ਕੋਲ 40 40 50 50 ਏਕੜ ਦੇ ਬਹੁਤ ਸਾਰੇ ਪ੍ਰੋਜੈਕਟ ਹੈ, 33 ਏਕੜ ਉਹਨੇ ਗਮਾਡਾ ਨੂੰ ਦੇ ਦਿੱਤੀ ਹੈ, ਕਿਸੇ ਪਾਸੇ ਦਿੱਤੀ। ਉਹ ਮੈਂ ਉਦੋਂ ਨਿਰਦੋਸ਼ ਮੰਨਦਾ ਉਹਨੂੰ, ਪਰ 150 ਕਰੋੜ ਦੀ ਠੱਗੀ ਮਾਰੀ ਉੱਥੇ ਮੈਂ ਦੋਸ਼ੀ ਮੰਨਦਾ। ਪਰ ਜਦੋਂ ਪਾਰਲੀਮੈਂਟ ਦੇ ਵਿੱਚ ਪੰਜਾਬ ਸਰਕਾਰ ਨੇ ਪੇਸ਼ ਕੀਤੀ ਰਿਪੋਰਟ, ਉੱਥੇ 150 ਕਰੋੜ ਵਾਲੀ ਗੱਲ ਨਹੀਂ ਮੰਨੀ, ਉਹ ਲੱਖਾਂ ਵਾਲੀ ਗੱਲ ਨਹੀਂ ਮੰਨੀ, ਉਹਨੇ 100 200 ਪਤਾ ਨਹੀਂ ਕਿੰਨੇ ਕੁ ਬੰਦੇ ਦਿਖਾ ਕੇ ਰਿਪੋਰਟ ਪੇਸ਼ ਕਰਤੀ। ਪਰ ਮੈਂ 15,000 ਅੱਜ ਵੀ ਨਹੀਂ ਵਾਪਸ ਲਏ। ਮੈਂ ਬੈਂਕ ਖਾਤਾ ਬੰਦ ਕਰਾਤਾ, ਆਪਣਾ ਐਡਰੈਸ ਚੇਂਜ ਕਰਾਤਾ। ਮੇਰੇ ਨਾਲ ਤਾਂ ਠੱਗੀ ਹਲੇ ਵੀ TDI ਨੇ ਮਾਰੀ ਹੋਈ ਹੈ, ਮੇਰੇ ਨਾਲ ਠੱਗੀ ਹਲੇ ਵੀ SPP ਹੋਮ ਨੇ ਮਾਰੀ ਹੋਈ, ਪਰਚਾ ਹਲੇ ਵੀ ਦਰਜ ਨਹੀਂ ਕੀਤਾ ਤੇ ਮੈਂ ਤਾਂ ਹਲੇ ਵੀ ਬੇਘਰਾ ਪੰਜਾਬ ਸਰਕਾਰ ਕਰਕੇ ਹੈਗਾ। ਤੇ ਮੈਂ ਸਮਝਦਾ ਵੀ 1 ਲੱਖ ਕਰੋੜ ਦਾ ਸਕੈਮ ਨੰਗਾ ਕੀਤਾ। ਮੌਜੂਦਾ ਪੰਜਾਬ ਸਰਕਾਰ ਲਈ 700 ਏਕੜ ਜ਼ਮੀਨ ਬਚਾ ਕੇ ਲਿਆਏ ਆਪਾਂ, ਕਰੋੜਾਂ ਰੁਪਏ ਲੈ ਕੇ ਆਏ ਆ, 10 ਲੱਖ ਲੋਕਾਂ ਨੂੰ ਘਰ ਦੇਣ ਦੀ ਪਾਲਿਸੀ ਹੈਗੀ ਹੈ ਪੰਜਾਬ ਸਰਕਾਰ ਦੀ। ਜੇ ਨੀਤ ਦੇ ਵਿੱਚ ਫਰਕ ਨਾ ਹੋਇਆ, ਅਫਸਰਾਂ ਨੇ ਤੁਹਾਨੂੰ ਮਜਬੂਰ ਨਾ ਕੀਤਾ, ਤਾਂ ਮੈਨੂੰ ਉਮੀਦ ਹੈ ਵੀ ਇਹਨਾਂ 4-5 ਸਾਲ 'ਚ ਕੁਛ ਨਾ ਕੁਛ ਗਰੀਬਾਂ ਨੂੰ ਘਰ ਮਿਲਣਗੇ, ਨਹੀਂ ਤਾਂ ਕੋਈ ਗੱਲ ਨਹੀਂ, ਜਦ ਤੱਕ ਅਸੀਂ ਜਿੰਦੇ ਲੜਦੇ ਰਹਾਂਗੇ। ਧੰਨਵਾਦ ਜੀ ਠੀਕ ਹੈ ਸਤਨਾਮ ਜੀ ਸਮਾਂ ਦੇਣ ਲਈ। ਇਹ ਸਨ ਸਤਨਾਮ ਸਿੰਘ ਦਾਊ ਜੀ, ਜਿਨ੍ਹਾਂ ਨੇ ਬੜੀ ਲੰਮੀ ਲੜਾਈ ਲੜੀ ਆ ਔਰ ਇਸ ਘਪਲੇ ਨੂੰ ਆਪਣੇ ਇੱਕ ਨਿੱਜੀ ਮਸਲੇ ਤੋਂ ਲੈ ਕੇ ਪੂਰੇ ਹਿੰਦੁਸਤਾਨ ਲੈਵਲ ਦਾ ਜਿਹੜਾ ਘਪਲਾ ਨੰਗਾ ਕੀਤਾ ਆ। ਪਰ ਬੜੇ ਅਫਸੋਸ ਦੀ ਗੱਲ ਆ ਕਿ ਇਸ ਘਪਲੇ ਨੇ 3 ਸਰਕਾਰਾਂ ਦੇਖ ਲਈਆਂ, ਅੱਜ ਤੱਕ ਇਸ ਘਪਲੇ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ, ਕੋਈ ਲੋਕਾਂ ਨੂੰ ਇਨਸਾਫ ਨਹੀਂ ਦਿਵਾਇਆ ਜਾ ਰਿਹਾ। ਜੇ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਤਾਂ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੇ ਇਸ ਪ੍ਰਬੰਧ 'ਚ ਕਿੱਦਾਂ ਰਹੇਗਾ।